Hello students, this is Dr. Amit Juneja, lecturer economics, Shahid Balwinder Singh, Government Senior Secondary Smart School, Sabuana, District Fazilka। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਇਸ ਲੈਕਚਰ ਦੇ ਵਿੱਚ। ਤਾਂ ਅੱਜ ਆਪਾਂ ਗੱਲ ਕਰਾਂਗੇ ਕਿ ਆਪਾਂ ਜੋ ਆਪਣੇ ਪਿਛਲੇ ਲੈਕਚਰ ਦੇ ਵਿੱਚ ਗੱਲ ਕੀਤੀ ਸੀ ਕਿ ਪੂਰਤੀ ਦੇ ਸੰਬੰਧ ਦੇ ਵਿੱਚ ਆਪਣੇ ਕੋਲ ਕੁਝ ਧਾਰਨਾਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਇੱਕੋ ਹੀ ਸਮਝ ਲੈਂਦੇ ਆ, ਜਿਵੇਂ ਕਿ ਪੂਰਤੀ ਦੇ ਵਿੱਚ ਵਿਸਥਾਰ, ਪੂਰਤੀ ਦੇ ਵਿੱਚ ਸੰਕੁਚਨ, ਪੂਰਤੀ ਦੇ ਵਿੱਚ ਵਾਧਾ ਤੇ ਪੂਰਤੀ ਦੇ ਵਿੱਚ ਕਮੀ। ਇਹ ਸਾਰੀਆਂ ਧਾਰਨਾਵਾਂ ਦੇ ਵਿੱਚ ਆਪਾਂ ਆਮ ਤੌਰ ਤੇ ਕਨਫਿਊਜ਼ ਰਹਿੰਦੇ ਆ ਵੀ ਆਪਾਂ ਪੂਰਤੀ ਵਿੱਚ ਵਿਸਥਾਰ ਤੇ ਪੂਰਤੀ ਵਿੱਚ ਵਾਧਾ ਨੂੰ ਇੱਕੋ ਸਮਝ ਲੈਂਦੇ ਆ। ਇਸੇ ਤਰ੍ਹਾਂ ਆਪਾਂ ਪੂਰਤੀ ਦੇ ਵਿੱਚ ਸੰਕੁਚਨ ਤੇ ਪੂਰਤੀ ਦੇ ਵਿੱਚ ਕਮੀ ਨੂੰ ਆਪਾਂ ਇੱਕੋ ਹੀ ਸਮਝ ਲੈਂਦੇ ਆ, ਪਰ ਇਹਨਾਂ ਦੋਨਾਂ ਦੇ ਵਿੱਚ ਬਹੁਤ ਡਿਫਰੈਂਸ ਜਿਹੜਾ ਹੈ ਉਹ ਪਾਇਆ ਜਾਂਦਾ ਹੈ। ਤਾਂ ਜੇ ਆਪਾਂ ਉਸੇ ਡਿਫਰੈਂਸ ਦੀ ਗੱਲ ਜਿਹੜੀ ਹੈ ਉਹ ਕਰਨ ਜਾ ਰਹੇ ਹਾਂ ਤਾਂ ਆਪਾਂ ਇਹਦਾ ਜਿਹੜਾ ਕੋਰਿਲੇਸ਼ਨ ਲਗਾਵਾਂਗੇ, ਜਿਹੜਾ ਆਪਾਂ ਇਹਦਾ ਸੰਬੰਧ ਲਗਾਵਾਂਗੇ, ਉਹ ਆਪਾਂ ਲਗਾਵਾਂਗੇ ਪੂਰਤੀ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਦੇ ਨਾਲ। ਜਿਵੇਂ ਆਪਾਂ ਜਦੋਂ ਪੂਰਤੀ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਜਿਹੜੇ ਨੇ ਉਹ ਕੀਤੇ ਸੀ ਤਾਂ ਆਪਾਂ ਕਿਹਾ ਸੀ ਕਿ ਆਪਾਂ ਉਹਨੂੰ ਪੂਰਤੀ ਫਲਨ ਜਿਹੜਾ ਉਹ ਵੀ ਕਹਿੰਦੇ ਆ। ਤਾਂ ਪੂਰਤੀ ਜੋ ਹੈ ਉਹ ਕੀ ਹੈ, ਉਹ ਫਲਨ ਹੈ। फलन मतलब पूर्ति जड़ी है वो निर्भर करती है बहुत सारे तत्तां दे ऊपर। ਤਾਂ ਆਪਾਂ ਕਹਿੰਦੇ क्योंकि पूर्ति जड़ी है वो निर्भर करती है ਤਾਂ पूर्ति की बन गई वो अपना निर्भर चर जड़ा है वो बन गई। ਤਾਂ ਹੁਣ ਇੱਧਰ ਆਪਾਂ ਕੀ ਲਿਖਾਂਗੇ, ਸਾਰੇ ਦੇ ਸਾਰੇ ਜਿਹੜੇ ਸੁਤੰਤਰ ਚਰ ਨੇ ਉਹ ਲਿਖਾਂਗੇ ਜਿਨ੍ਹਾਂ ਦੇ ਉੱਪਰ ਪੂਰਤੀ ਜਿਹੜੀ ਹੈ ਉਹ ਨਿਰਭਰ ਕਰਦੀ ਹੈ। ਤਾਂ ਆਪਾਂ ਕਿਹਾ ਸੀ ਕਿ ਪੂਰਤੀ ਜਿਹੜੀ ਹੈ ਇੱਕ ਤਾਂ ਉਸ ਵਸਤੂ ਦੀ ਆਪਣੀ ਕੀਮਤ ਜਿਹੜੀ ਹੈ ਉਹਦੇ ਤੇ ਨਿਰਭਰ ਕਰਦੀ ਹੈ। ਉਸ ਤੋਂ ਬਾਅਦ ਪੂਰਤੀ ਜਿਹੜੀ ਹੈ ਉਹ ਜਿਹੜੀਆਂ ਸੰਬੰਧਿਤ ਵਸਤੂਆਂ ਨੇ ਉਹਨਾਂ ਦੀ ਕੀਮਤ ਦੇ ਉੱਪਰ ਜਿਹੜਾ ਹੈ ਉਹ ਨਿਰਭਰ ਕਰਦੀ ਹੈ। ਉਸ ਤੋਂ ਬਾਅਦ ਪੂਰਤੀ ਜਿਹੜੀ ਹੈ ਉਹ ਕੀ ਕਰਦੀ ਹੈ, ਉਹ ਫਰਮਾਂ ਦੀ ਗਿਣਤੀ ਦੇ ਉੱਪਰ ਨਿਰਭਰ ਕਰਦੀ ਹੈ। ਉਸ ਤੋਂ ਬਾਅਦ ਪੂਰਤੀ ਜਿਹੜੀ ਹੈ ਉਹ ਸਰਕਾਰੀ ਨੀਤੀ ਦੇ ਉੱਪਰ ਨਿਰਭਰ ਕਰਦੀ ਹੈ। ਪੂਰਤੀ ਜਿਹੜੀ ਹੈ ਉਹ ਤਕਨੀਕ ਦੇ ਪੱਧਰ ਤੇ ਨਿਰਭਰ ਕਰਦੀ ਹੈ। ਪੂਰਤੀ ਜਿਹੜੀ ਹੈ ਉਹ ਉਤਪਾਦਨ ਦੇ ਸਾਧਨਾਂ ਦੀ ਕੀਮਤ ਤੇ ਨਿਰਭਰ ਕਰਦੀ ਹੈ। ਠੀਕ ਹੈ, ਤਾਂ ਇਸ ਤੋਂ ਇਲਾਵਾ ਆਪਾਂ ਹੋਰ ਵੀ ਕਈ ਤੱਤ ਕੀਤੇ ਸੀ, ਜਿਵੇਂ ਕਿ ਭਵਿੱਖ ਦੇ ਵਿੱਚ ਕੀਮਤ ਜਿਹੜੀ ਹੈ ਉਹਦੀ ਸੰਭਾਵਨਾ। ਠੀਕ ਹੈ, ਭਵਿੱਖ ਵਿੱਚ ਕੀਮਤ ਸੰਭਾਵਨਾ ਇਹਦੇ ਉੱਪਰ ਵੀ ਨਿਰਭਰ ਕਰਦੀ ਹੈ। ਤਾਂ ਇਸ ਤੋਂ ਇਲਾਵਾ ਆਪਾਂ ਹੋਰ ਵੀ ਬਹੁਤ ਸਾਰੇ ਤੱਤ ਜਿਹੜੇ ਨੇ ਉਹ ਕੀਤੇ ਸੀ ਜਿਨ੍ਹਾਂ ਦੇ ਉੱਪਰ ਕਿਸੇ ਵੀ ਵਸਤੂ ਦੀ ਪੂਰਤੀ ਜਿਹੜੀ ਹੈ ਉਹ ਨਿਰਭਰ ਕਰਦੀ ਹੈ। ਹੁਣ ਕੀ ਕਰਨ ਜਾ ਰਹੇ ਹਾਂ ਵੀ ਇਹ ਜਿਹੜੇ ਸਾਰੇ ਤੱਤ ਆਪਾਂ ਲਿਖੇ ਹੈ ਇਹ ਸਾਰੇ ਦੇ ਸਾਰੇ ਤੱਤ ਕੀ ਨੇ, ਇਹਨੂੰ ਆਪਾਂ ਕਹਾਂਗੇ ਸੁਤੰਤਰ ਚਰ। ਮਤਲਬ ਉਹ ਚਰ ਜਿਨ੍ਹਾਂ ਦੇ ਵਿੱਚ ਕੀ ਹੋਏਗਾ, ਪਹਿਲਾ ਬਦਲਾਵ ਆਏਗਾ। ਮਤਲਬ ਸਭ ਤੋਂ ਪਹਿਲਾਂ ਕੀ ਹੋਏਗਾ, कीमत, संबंधित वस्तुओं की कीमत, फर्मां की गिनती, सरकारी नीति, तकनीक, उत्पादन के साधना की कीमत, भविख दे विच कीमत संभावना। तो इस तो इलावा होर जिन्ने भी तत्त ने सब तो पहला इन्हां दे विच बदलाव आएगा। जदों इन्हां दे विच बदलाव आएगा तो उनके करके की होएगा, पूर्ति दे विच भी बदलाव जिहड़ा है वो आ जाएगा। तो पूर्ति जिहड़ी है वो की होगी, निर्भर चर होगी। हुण आपां की करना है, आपां इन्हां सारे तत्तां दा संबंध जिहड़ा है वो पूर्ति दे नाल दिखाना है। तां आपां की करदे आ, ये जिन्ने भी तत्त ने इहनूं आपां सारे तत्तां नूं आपां दो हिस्सिਆਂ ਦੇ ਵਿੱਚ ਜਿਹੜਾ ਹੈ ਉਹ ਵੰਡ ਦਿੰਨੇ ਆ। ਦੋ ਹਿੱਸੇ ਆਪਾਂ ਕਿਵੇਂ ਕਰਨੇ ਨੇ ਕਿ ਦੇਖੋ, ਜਦੋਂ ਆਪਾਂ ਪੂਰਤੀ ਦਾ ਨਿਯਮ ਕਰਦੇ ਆ ਤਾਂ ਪੂਰਤੀ ਦੇ ਨਿਯਮ ਦੇ ਵਿੱਚ ਆਪਾਂ ਕੀ ਕਰਦੇ ਆ, ਆਪਾਂ ਇਹ ਕਹਿੰਦੇ ਆ ਕਿ ਅਗਰ ਹੋਰ ਗੱਲਾਂ ਸਮਾਨ ਰਹਿਣ, ਹੋਰ ਗੱਲਾਂ ਦੇ ਵਿੱਚ ਆਪਾਂ ਕਿਹਨੂੰ ਸਮਾਨ ਰੱਖਿਆ ਸੀ, ਆ ਸੰਬੰਧਿਤ ਵਸਤੂਆਂ ਦੀ ਕੀਮਤ, ਫਰਮਾਂ ਦੀ ਗਿਣਤੀ, ਸਰਕਾਰੀ ਨੀਤੀ, ਤਕਨੀਕ, ਉਤਪਾਦਨ ਦੇ ਸਾਧਨਾਂ ਦੀ ਕੀਮਤ, ਭਵਿੱਖ ਵਿੱਚ ਕੀਮਤ ਸੰਭਾਵਨਾ। ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੀ ਕੀਤਾ ਸੀ, ਆਪਾਂ ਸਥਿਰ ਮੰਨ ਲਿਆ ਸੀ ਵੀ ਅਗਰ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਵ ਜਿਹੜਾ ਹੈ ਉਹ ਨਹੀਂ ਹੁੰਦਾ ਤਾਂ ਕੀ ਹੋਊਗਾ, ਕਿਸੇ ਵਸਤੂ ਦੀ ਪੂਰਤੀ ਤੇ ਉਹਦੀ ਕੀਮਤ ਦੇ ਵਿੱਚ ਕੀ ਹੋਏਗਾ, ਸਿੱਧਾ ਸੰਬੰਧ ਜਿਹੜਾ ਹੈ ਉਹ ਪਾਇਆ ਜਾਏਗਾ। ਯਾਨੀ ਜਿਹੜਾ ਪੂਰਤੀ ਦਾ ਨਿਯਮ ਹੈ ਉਹ ਕੀ ਕਰਦਾ ਹੈ, ਉਹ ਸਿਰਫ ਪੂਰਤੀ ਦਾ ਤੇ ਕੀਮਤ ਦਾ ਸੰਬੰਧ ਦਿਖਾਉਂਦਾ ਹੈ। ਉਹ ਪੂਰਤੀ ਦਾ ਤੇ ਬਾਕੀ ਜਿਹੜੇ ਤੱਤ ਨੇ ਉਹਨਾਂ ਦਾ ਸੰਬੰਧ ਨਹੀਂ ਦਿਖਾਉਂਦਾ। ਆਪਾਂ ਇਸੇ ਚੀਜ਼ ਨੂੰ ਹੀ ਕੀ ਕਰਾਂਗੇ, ਜਦੋਂ ਆਪਾਂ ਇਹਨਾਂ
ਸਾਰੇ ਤੱਤਾਂ ਨੂੰ ਆਪਾਂ ਦੋ ਹਿੱਸਿਆਂ ਦੇ ਵਿੱਚ ਵੰਡਾਂਗੇ ਤਾਂ ਆਪਾਂ ਉਹਨਾਂ ਦਾ ਜਿਹੜਾ ਬੇਸ ਬਣਾਵਾਂਗੇ ਉਹ ਪੂਰਤੀ ਦੇ ਨਿਯਮ ਦੇ ਆਧਾਰ ਤੇ ਹੀ ਜਿਹੜਾ ਹੈ ਉਹ ਬਣਾਵਾਂਗੇ। ਮਤਲਬ ਆਪਾਂ ਕੀ ਕਰਦੇ ਆ, ਜਿਹੜੇ ਪੂਰਤੀ ਨੂੰ ਪ੍ਰਭਾਵਿਤ ਕਰਨ ਵਾਲੇ ਜਾਂ ਪੂਰਤੀ ਨੂੰ ਨਿਰਧਾਰਿਤ ਕਰਨ ਵਾਲੇ ਜਿੰਨੇ ਵੀ ਤੱਤ ਨੇ ਉਹਨਾਂ ਨੂੰ ਆਪਾਂ ਦੋ ਹਿੱਸਿਆਂ ਦੇ ਵਿੱਚ ਵੰਡਦੇ ਆ। ਇੱਕ ਹਿੱਸੇ ਦੇ ਵਿੱਚ ਆਪਾਂ ਕੀ ਕਰਦੇ ਆ, ਸਿਰਫ ਤੇ ਸਿਰਫ ਉਸ ਵਸਤੂ ਦੀ ਕੀਮਤ ਜਿਹੜੀ ਹੈ ਉਹਨੂੰ ਆਪਾਂ ਰੱਖ ਲੈਨੇ ਆ। ਮਤਲਬ ਇੱਕ ਹਿੱਸੇ 'ਚ ਆਪਾਂ ਕੀ ਕਰਾਂਗੇ, ਕਿਸੇ ਵਸਤੂ ਦੀ ਪੂਰਤੀ ਦੇ ਵਿੱਚ ਹੋਣ ਵਾਲੇ ਬਦਲਾਵ ਦਾ ਸੰਬੰਧ ਆਪਾਂ ਕਿਹਦੇ ਨਾਲ ਦਿਖਾਵਾਂਗੇ, ਸਿਰਫ ਤੇ ਸਿਰਫ ਉਸ ਵਸਤੂ ਦੀ ਕੀਮਤ ਵਿੱਚ ਹੋਣ ਵਾਲੇ ਬਦਲਾਵ ਦੇ ਨਾਲ ਦਿਖਾਵਾਂਗੇ। ਜਿਹੜਾ ਦੂਸਰਾ ਹਿੱਸਾ ਹੈ ਉਹਦੇ 'ਚ ਕੀ ਕਰਦੇ ਆ ਜਿੰਨੇ ਵੀ ਤੱਤ ਆਪਾਂ ਬਾਕੀ ਲਿਖੇ ਹੋਏ ਨੇ, ਜਿਹੜੇ ਹੁਣ ਮੈਂ ਅੰਡਰਲਾਈਨ ਕਰਨ ਜਾ ਰਿਹਾ, ਇਹ ਸਾਰੇ ਦੇ ਸਾਰੇ ਤੱਤਾਂ ਨੂੰ ਆਪਾਂ ਕੀ ਕਰਦੇ ਆ, ਦੂਸਰੇ ਹਿੱਸੇ ਦੇ ਵਿੱਚ ਪਾ ਦਿੰਨੇ ਆ। ਠੀਕ ਹੋ ਗਿਆ। ਯਾਨੀ ਹੁਣ ਆਪਾਂ ਕੀ ਕਰਾਂਗੇ, ਆਪਾਂ ਹੁਣ ਇੱਕ ਵਾਰੀ ਕੀ ਕਰਾਂਗੇ, ਆਪਾਂ ਕੀਮਤ ਬਦਲਾਂਗੇ। ਕੀਮਤ ਦੇ ਬਦਲਣ ਦੇ ਨਾਲ ਆਪਾਂ ਪੂਰਤੀ ਨੂੰ ਬਦਲਾਂਗੇ। ਜਦੋਂ ਆਪਾਂ ਕੀਮਤ ਦੇ ਨਾਲ ਪੂਰਤੀ ਨੂੰ ਬਦਲਾਂਗੇ ਤਾਂ ਆਪਾਂ ਇਹ ਮੰਨ ਲਾਂਗੇ ਵੀ ਜਿਹੜੇ ਆ ਸਾਰੇ ਤੱਤ ਆਪਾਂ ਅੰਡਰਲਾਈਨ ਕੀਤੇ ਨੇ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਵ ਜਿਹੜਾ ਹੈ ਉਹ ਨਹੀਂ ਹੁੰਦਾ। ਫਿਰ ਦੂਜੀ ਵਾਰੇ ਆਪਾਂ ਕੀ ਕਰਾਂਗੇ, ਜਿਹੜੇ ਆ ਅੰਡਰਲਾਈਨ ਕੀਤੇ ਹੋਏ ਤੱਤ ਨੇ ਆਪਾਂ ਇਹਨਾਂ ਨੂੰ ਬਦਲਾਂਗੇ। ਇਹਨਾਂ ਨੂੰ ਬਦਲ ਕੇ ਆਪਾਂ ਪੂਰਤੀ ਨੂੰ ਬਦਲਾਂਗੇ। ਉਦੋਂ ਆਪਾਂ ਇਹ ਮੰਨ ਲਾਂਗੇ ਵੀ ਕੀਮਤ ਦੇ ਵਿੱਚ ਕੋਈ ਬਦਲਾਵ ਨਹੀਂ ਹੁੰਦਾ। ਮਤਲਬ ਕਹਿੰਦਾ ਕੀ ਹੈ ਵੀ ਆਪਾਂ ਦੋਨਾਂ ਨੂੰ ਅਲੱਗ-ਅਲੱਗ ਸਟੱਡੀ ਕਰਨਾ ਹੈ। ਮਤਲਬ ਪੂਰਤੀ ਦਾ ਸੰਬੰਧ ਜਿਹੜਾ ਹੈ ਆਪਾਂ ਜਦੋਂ ਕੀਮਤ ਨਾਲ ਦਿਖਾਵਾਂਗੇ ਤਾਂ ਆ ਬਾਕੀਆਂ ਨੂੰ ਸਥਿਰ ਮੰਨ ਲਾਂਗੇ। ਜਦੋਂ ਆਪਾਂ ਪੂਰਤੀ ਦਾ ਸੰਬੰਧ ਆ ਬਾਕੀ ਤੱਤਾਂ ਨਾਲ ਦਿਖਾਵਾਂਗੇ ਉਸ ਟਾਈਮ ਤੇ ਆਪਾਂ ਕੀਮਤ ਨੂੰ ਸਥਿਰ ਮੰਨ ਲਾਂਗੇ। ਮਤਲਬ ਇੱਕ ਟਾਈਮ ਤੇ ਆਪਾਂ ਇੱਕ ਤੱਤ ਨੂੰ ਜਿਹੜਾ ਹੈ ਉਹ ਬਦਲਣਾ ਹੈ, ਉਸ ਟਾਈਮ ਤੇ ਦੂਜੇ ਨੂੰ ਕੀ ਕਰਨਾ ਹੈ, ਸਥਿਰ ਮੰਨ ਲੈਣਾ ਹੈ। ਜਦੋਂ ਦੂਜੇ ਨੂੰ ਬਦਲਣਾ ਹੈ ਤਾਂ ਪਹਿਲੇ ਨੂੰ ਸਥਿਰ ਮੰਨ ਲੈਣਾ ਹੈ। ਇੱਥੋਂ ਹੀ ਆਪਣੇ ਕੋਲ ਜਿਹੜੀਆਂ ਪੂਰਤੀ ਦੇ ਨਾਲ ਸੰਬੰਧਿਤ ਅਲੱਗ-ਅਲੱਗ ਧਾਰਨਾਵਾਂ ਨੇ ਉਹਨੂੰ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਤਾਂ ਕਿਸ ਤਰ੍ਹਾਂ ਆਪਾਂ ਡਿਸਕਸ ਕਰਾਂਗੇ, ਇੱਕ ਇੱਕ ਕਰਕੇ ਜਿਹੜਾ ਹੈ ਉਹ ਆਪਾਂ ਗੱਲ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਆਪਾਂ ਜਿਹੜੀ ਗੱਲ ਕਰਨ ਜਾ ਰਹੇ ਹਾਂ ਵੀ ਉਹਨੂੰ ਆਪਾਂ ਕਹਿੰਦੇ ਹਾਂ ਵੀ ਹੁਣ ਜਿਹੜਾ ਬਦਲਾਵ ਹੋਏਗਾ ਪੂਰਤੀ ਦੇ ਵਿੱਚ ਉਹ ਕਿੰਦੇ ਕਰਕੇ ਹੋਏਗਾ, ਕੀਮਤ ਕਰਕੇ ਹੋਏਗਾ। ਜਦੋਂ ਮੈਂ ਕੀਮਤ ਕਰਕੇ ਬਦਲਾਵ ਦੇਖ ਰਿਹਾ ਤਾਂ ਉਸ ਟਾਈਮ ਤੇ ਜਿਹੜੇ ਪੂਰਤੀ ਨੂੰ ਪ੍ਰਭਾਵਿਤ ਜਾਂ ਨਿਰਧਾਰਿਤ ਕਰਨ ਵਾਲੇ ਬਾਕੀ ਤੱਤ ਨੇ ਉਹਨਾਂ ਨੂੰ ਮੈਂ ਸਥਿਰ ਜਿਹੜਾ ਹੈ ਉਹ ਮੰਨਣ ਜਾ ਰਿਹਾ। ਤਾਂ ਉਹਨੂੰ ਆਪਾਂ ਕਹਿੰਦੇ ਹਾਂ ਮੂਵਮੈਂਟ along a supply curve। ਠੀਕ ਹੈ। ਤਾਂ ਇਹ ਮੈਂ ਕੱਲ ਇਹਦਾ ਮੀਨਿੰਗ ਜਿਹੜਾ ਹੈ ਉਹ ਕਲੀਅਰ ਕੀਤਾ ਸੀ ਤੁਹਾਨੂੰ ਵੀ ਮੂਵਮੈਂਟ ਅਲੋਂਗ ਸਪਲਾਈ ਕਰਵ ਕੀ ਹੁੰਦਾ ਹੈ, ਵੀ ਜਦੋਂ ਆਪਾਂ ਪੂਰਤੀ ਨੂੰ ਬਦਲਾਂਗੇ ਸਿਰਫ ਤੇ ਸਿਰਫ ਕੀਮਤ ਕਰਕੇ ਤਾਂ ਕੀ ਹੋਏਗਾ, ਜੋ ਤੁਹਾਡੀ ਮੂਵਮੈਂਟ ਰਹੇਗੀ, ਮਤਲਬ ਜੋ ਤੁਸੀਂ ਉੱਪਰ ਜਾਂ ਨੀਚੇ ਆਓਗੇ ਉਹ ਕੀ ਹੋਏਗਾ, ਇੱਕੋ ਪੂਰਤੀ ਵਕਰ ਤੇ ਆਓਗੇ। ਮਤਲਬ ਤੁਹਾਨੂੰ ਕਿਸੇ ਹੋਰ ਪੂਰਤੀ ਵਕਰ ਦੀ ਲੋੜ ਜਿਹੜੀ ਹੈ ਉਹ ਨਹੀਂ ਪਏਗੀ। ਇਹਨੂੰ ਆਪਾਂ ਇੱਕ ਹੋਰ ਨਾਮ ਵੀ ਦਿੰਦੇ ਆ, ਇਹਨੂੰ ਆਪਾਂ ਕਹਿੰਦੇ ਹਾਂ ਚੇਂਜ ਇਨ ਕੁਆਂਟੀਟੀ ਸਪਲਾਈਡ। ਠੀਕ ਹੈ, ਕਿ ਪੂਰਤੀ ਦੀ ਮਾਤਰਾ ਵਿੱਚ ਹੋਣ ਵਾਲਾ ਬਦਲਾਵ। ਠੀਕ ਹੈ। ਤਾਂ ਹੁਣ ਇਹਦੇ ਨਾਲ ਆਪਣੇ ਕੋਲ ਕੀ ਹੁੰਦਾ ਹੈ, ਆਪਣੇ ਕੋਲ ਦੋ ਧਾਰਨਾਵਾਂ ਆਉਂਦੀਆਂ ਨੇ। ਦੇਖੋ ਜਦੋਂ ਆਪਾਂ ਮੂਵਮੈਂਟ ਅਲੋਂਗ ਅ ਸਪਲਾਈ ਕਰਵ ਕਰਾਂਗੇ, ਮਤਲਬ ਇੱਕੋ ਪੂਰਤੀ ਵਕਰ ਦੇ ਉੱਪਰ ਆਪਾਂ ਦੀ ਮੂਵਮੈਂਟ ਕਰਾਂਗੇ ਤਾਂ ਕੀ ਹੋਊਗਾ, ਆਪਾਂ ਉਸ ਟਾਈਮ ਤੇ ਕੀਮਤ ਬਦਲਾਂਗੇ। ਕੀਮਤ ਦੇ ਬਦਲਣ ਨਾਲ ਆਪਾਂ ਪੂਰਤੀ ਜਿਹੜੀ ਹੈ ਉਹ ਬਦਲਾਂਗੇ। ਹੁਣ ਆਪਾਂ ਕੀ ਬੋਲਿਆ, ਆਪਾਂ ਕਿਹਾ ਵੀ ਆਪਾਂ ਕੀਮਤ ਦੇ ਬਦਲਣ ਨਾਲ ਪੂਰਤੀ ਨੂੰ ਬਦਲਾਂਗੇ। ਮੈਂ ਕਹਿੰਦਾ ਵੀ ਕੀਮਤ ਜਿਹੜੀ ਹੈ ਉਹ ਕੀ ਹੋ ਗਿਆ, ਬਦਲ ਗਈ। ਹੁਣ ਕੀ ਹੋ ਸਕਦਾ ਹੈ, ਜਦੋਂ ਮੈਂ ਆਪਾਂ ਇਹ ਵਰਡ ਯੂਜ਼ ਕਰਦੇ ਆ ਵੀ ਜਿਹੜੀ ਕੀਮਤ ਹੈ ਉਹ ਬਦਲ ਗਈ ਹੈ ਤਾਂ ਦੋ ਗੱਲਾਂ ਹੋ ਸਕਦੀਆਂ ਨੇ। ਜਾਂ ਤਾਂ ਕੀਮਤ ਕੀ ਹੋ ਸਕਦਾ ਹੈ, ਘਟ ਗਈ ਹੋਏਗੀ, ਤੇ ਜਾਂ ਕੀਮਤ ਕੀ ਹੋਏਗਾ, ਵੱਧ ਗਈ ਹੋਏਗੀ। ਵੀ ਜੋ ਕੀਮਤ ਪਹਿਲਾਂ ਸੀ ਅਗਰ ਆਪਾਂ ਇਹ ਕਹਿੰਦੇ ਆ ਵੀ ਉਹ ਕੀਮਤ ਨਾ ਹੁਣ ਬਦਲ ਗਈ ਹੈ ਤਾਂ ਦੋ ਹੀ ਪੋਸਿਬਿਲਿਟੀ ਨੇ, ਜਾਂ ਤਾਂ ਪਹਿਲਾਂ ਵਾਲੀ ਕੀਮਤ ਦੇ ਮੁਕਾਬਲੇ ਹੁਣ ਜਿਹੜੀ ਕੀਮਤ ਹੈ ਉਹ ਘਟ ਹੋਈ ਹੋਏਗੀ ਜਾਂ ਵੱਧ ਹੋਈ ਹੋਏਗੀ। ਦੋ ਹੀ ਗੱਲਾਂ ਨੇ, ਤੀਜੀ ਗੱਲ ਤਾਂ ਹੋ ਨਹੀਂ ਸਕਦੀ। ਤਾਂ ਆਪਾਂ ਇਹਨਾਂ ਦੋਨਾਂ ਦੀ ਗੱਲ ਜਿਹੜੀ ਹੈ ਉਹ ਕਰਦੇ ਆ। ਉਹਦੇ ਵਿੱਚ ਜਿਹੜੀ ਆਪਣੇ ਕੋਲ ਪਹਿਲੀ ਧਾਰਨਾ ਜਿਹੜੀ ਆਂਦੀ ਹੈ ਉਹ ਆਂਦੀ ਹੈ, ਉਹਨੂੰ ਆਪਾਂ ਕਹਿੰਦੇ ਹਾਂ ਨੰਬਰ 1, ਉਹ ਹੈ ਆਪਣੇ ਕੋਲ ਪੂਰਤੀ ਵਿੱਚ ਵਿਸਥਾਰ।
ਹੁਣ ਧਿਆਨ ਨਾਲ ਇਹਦਾ ਮੀਨਿੰਗ ਜਿਹੜਾ ਹੈ ਉਹ ਕਲੀਅਰ ਕਰੋ ਕਿ ਪੂਰਤੀ ਵਿੱਚ ਵਿਸਥਾਰ ਦਾ ਮਤਲਬ ਕੀ ਹੈ। ਵਿਸਥਾਰ ਹੋਣਾ ਮਤਲਬ ਵਧਣਾ, ਅੱਗੇ ਦੇ ਵੱਲ ਜਾਣਾ। ਮਤਲਬ ਕੀ ਹੈ ਵੀ ਜਿਹੜੀ ਪੂਰਤੀ ਹੈ ਉਹ ਕੀ ਹੋ ਰਿਹਾ ਹੈ, ਅੱਗੇ ਵੱਲ ਜਾ ਰਹੀ ਹੈ। ਧਿਆਨ ਨਾਲ ਅਗਰ ਆਪਾਂ ਸੋਚੀਏ ਤਾਂ ਆਪਾਂ ਇੱਕ ਨਾ ਸਿੰਪਲ ਟੇਬਲ ਬਣਾਉਂਦੇ ਆ, ਉਹ ਤੋਂ ਬਾਅਦ ਸਾਰਾ ਦਾ ਸਾਰਾ ਐਨਾਲਿਸਿਸ ਜਿਹੜਾ ਹੈ ਉਹ ਕਰਦੇ ਆ। ਮੰਨ ਲਓ ਇੱਥੇ ਆਪਣੇ ਕੋਲ ਇੱਕ ਵਸਤੂ ਦੀ ਕੀਮਤ ਹੈ ਤੇ ਇੱਥੇ ਕੀ ਹੈ, ਪੂਰਤੀ ਹੈ। ਠੀਕ ਹੋ ਗਿਆ। ਸ਼ੁਰੂਆਤ ਚ ਆਪਾਂ ਮੰਨ ਲੈਂਦੇ ਆ ਵੀ ਕੀਮਤ ਜਿਹੜੀ ਹੈ ਉਹ ਹੈਗੀ ਹੈ 1 ਰੁਪਿਆ, ਤਾਂ ਪੂਰਤੀ ਵੀ ਹੈਗੀ ਹੈ 1 ਰੁਪਿਆ। ਠੀਕ ਹੈ। ਆਪਾਂ ਇਸ ਬਿਹਾਫ ਤੇ ਕੀ ਕਰਦੇ ਆ, ਆਪਾਂ ਇੱਕ ਡਾਇਗਰਾਮ ਬਣਾਉਂਦੇ ਆ। ਆਪਾਂ ਜਿਹੜੀ ਦੂਸਰੀ ਸਿਚੁਏਸ਼ਨ ਹੈ ਨਾ ਉਹ ਬਾਅਦ ਚਲਾਂਗੇ, ਪਹਿਲਾਂ ਆਪਾਂ ਸਿਰਫ ਫਸਟ ਸਿਚੁਏਸ਼ਨ ਦੇ ਬੇਸ ਤੇ ਆਪਾਂ ਕੀ ਕਰਦੇ ਆ, ਡਾਇਗਰਾਮ ਬਣਾ ਲੈਂਦੇ ਆ। ਹੁਣ ਡਾਇਗਰਾਮ ਜਦੋਂ ਆਪਾਂ ਬਣਾਵਾਂਗੇ ਪੂਰਤੀ ਦੀ, ਤਾਂ ਆਪਾਂ ਪੂਰਤੀ ਦਾ ਸੰਬੰਧ ਜਿਹੜਾ ਹੈ ਉਹ ਕਿੰਨੇ ਨਾਲ ਦਿਖਾ ਰਹੇ ਆ, ਕੀਮਤ ਨਾਲ। ਤਾਂ ਆਪਾਂ y ਐਕਸਿਸ ਤੇ ਕੀ ਕਰਾਂਗੇ, ਆਪਾਂ ਲੈ ਲਾਂਗੇ ਕੀਮਤ। ਜਿਹੜਾ x ਐਕਸਿਸ ਹੈ ਉੱਥੇ ਆਪਾਂ ਲੈ ਲਾਂਗੇ ਪੂਰਤੀ। ਠੀਕ ਹੈ। ਤਾਂ ਆਪਾਂ ਮੰਨ ਲਿਆ ਵੀ ਇੱਥੇ ਕੀਮਤ ਤੇ ਪੂਰਤੀ ਦੋਨੋਂ ਕੀ ਨੇ, ਇੱਕ ਹੈਗੇ ਨੇ। ਤਾਂ ਮੈਂ ਕੀਮਤ ਵੀ ਇੱਕ ਲੈ ਲਈ, ਪੂਰਤੀ ਵੀ ਇੱਕ ਲੈ ਲਈ। ਤਾਂ ਮੈਂ ਇੱਥੇ ਕੀਮਤ 1 ਤੇ ਪੂਰਤੀ 1 ਲੈ ਲਈ। ਤਾਂ ਆਪਾਂ ਆ ਗਏ ਇਸ A ਪੁਆਇੰਟ ਤੇ, ਮਤਲਬ ਉੱਪਰ ਵਾਲੇ ਜਿਹੜਾ ਟੇਬਲ ਹੈ ਉਹਦੇ ਬਿਹਾਫ ਤੇ ਮੈਂ ਨੀਚੇ ਡਾਇਗਰਾਮ ਬਣਾ ਲਈ ਵੀ ਇੱਧਰ ਕੀਮਤ 1 ਹੈ ਤੇ ਇੱਧਰ ਪੂਰਤੀ ਜਿਹੜੀ ਹੈ ਉਹ 1 ਹੈ। ਹੁਣ ਆਪਾਂ ਇਹਦੇ ਨਾਮ ਤੇ ਆ ਜਾਂਦੇ ਆ। ਉਹ ਕਹਿੰਦੇ ਪੂਰਤੀ ਵਿੱਚ ਵਿਸਥਾਰ ਹੋਇਆ ਹੈ, ਮਤਲਬ ਪੂਰਤੀ ਅੱਗੇ ਵਧਣਾ ਚਾਹੁੰਦੀ ਹੈ। ਅੱਗੇ ਵਧਣਾ ਚਾਹੁੰਦੀ ਮਤਲਬ ਵੀ 1 ਤੋਂ ਅੱਗੇ ਵਧਣਾ ਚਾਹੁੰਦੀ ਹੈ। ਮੰਨ ਲਓ 1 ਤੋਂ 2 ਹੋਣਾ ਚਾਹੁੰਦੀ ਹੈ, ਜਾਂ 3 ਹੋਣਾ ਚਾਹੁੰਦੀ ਹੈ, ਜਾਂ 4 ਹੋਣਾ ਚਾਹੁੰਦੀ ਹੈ, ਜਾਂ 5 ਹੋਣਾ ਚਾਹੁੰਦੀ ਹੈ। ਤਾਂ ਭਾਵੇਂ 2 ਹੋ ਜਾਵੇ ਉਹ ਵੀ ਜਿਹੜਾ ਪੂਰਤੀ ਦਾ ਵਿਸਥਾਰ ਹੋ ਗਿਆ, 3 ਹੋ ਜਾਵੇ ਉਹ ਵੀ ਵਿਸਥਾਰ ਹੈ, 4 ਹੋ ਜਾਵੇ ਉਹ ਵੀ ਵਿਸਥਾਰ ਹੈ, 5 ਹੋ ਜਾਵੇ ਉਹ ਵੀ ਵਿਸਥਾਰ ਹੈ। ਤਾਂ ਤੁਸੀਂ ਜਿੰਨਾ ਮਰਜ਼ੀ ਦਿਖਾ ਲਓ, ਤੁਹਾਡੀ ਆਦੀ ਮਰਜ਼ੀ ਹੈ, ਕਿਸੇ ਤਰ੍ਹਾਂ ਦਾ ਕੋਈ ਰੂਲ ਨਹੀਂ ਹੈ। ਮਤਲਬ ਇਹ ਨਹੀਂ ਕਹਿਣਾ ਕਿ ਲੋ ਜੀ ਮੈਂ 1 ਤੋਂ ਅਗਰ 3 ਤੇ ਲਿਜਾਵਾਂਗਾ ਨਾ ਤਾਂ ਹੀ ਵਿਸਥਾਰ ਹੋਏਗਾ, ਜਾਂ ਮੈਂ 1 ਤੋਂ 4 ਤੇ ਜਾਂ 1 ਤੋਂ 5 ਤੇ ਲਿਜਾਵਾਂਗਾ ਤਾਂ ਹੀ ਵਿਸਥਾਰ ਹੋਏਗਾ। ਨਹੀਂ, ਉਹ ਕਹਿੰਦਾ ਪੂਰਤੀ ਨੇ ਵਿਸਥਾਰ ਕਰਨਾ ਹੈ, ਪੂਰਤੀ ਨੇ ਅੱਗੇ ਵਧਣਾ ਹੈ। ਹੁਣ ਅਗਰ 1 ਤੋਂ 2 ਹੋ ਜਾਏਗੀ ਤਾਂ ਉਹ ਵੀ ਵਿਸਥਾਰ ਹੀ ਹੈ। ਠੀਕ ਹੈ। ਤਾਂ ਹੁਣ ਆਪਾਂ ਚਾਹੁੰਦੇ ਆ ਵੀ ਪੂਰਤੀ ਅੱਗੇ ਵਧੇ। ਸਪੋਜ਼ ਕਰੋ ਮੈਂ ਚਾਹਨਾ ਕਿ ਪੂਰਤੀ ਜਿਹੜੀ ਹੈ ਉਹ 5 ਹੋ ਜਾਵੇ, ਮਤਲਬ ਮੈਂ ਪੂਰਤੀ ਨੂੰ ਇੱਥੋਂ 1 ਤੋਂ ਖਿੱਚ ਕੇ ਇੱਥੇ 5 ਤੇ ਲਿਜਾਣਾ ਚਾਹਨਾ। ਠੀਕ ਹੈ। ਹੁਣ ਮੈਂ ਕਹਿੰਦਾ ਵੀ ਪੂਰਤੀ ਵਿੱਚ ਵਿਸਥਾਰ ਜਿਹੜਾ ਹੈ ਨਾ ਉਹ ਕਿਸ ਕਰਕੇ ਹੁੰਦਾ ਹੈ, ਉਹ ਸਿਰਫ ਤੇ ਸਿਰਫ ਕੀਮਤ ਵਿੱਚ ਹੋਣ ਵਾਲੇ ਬਦਲਾਵ ਦੇ ਕਰਕੇ ਹੁੰਦਾ ਹੈ। ਮਤਲਬ ਜਦੋਂ ਆਪਾਂ ਪੂਰਤੀ ਵਿੱਚ ਵਿਸਥਾਰ ਦੀ ਗੱਲ ਕਰਨੀ ਹੈ ਤਾਂ ਪੂਰਤੀ ਨੂੰ ਆਪਾਂ 1 ਤੋਂ 5 ਲਿਜਾਣਾ ਹੈ। ਕਿੰਦੇ ਕਰਕੇ, ਸਿਰਫ ਉਸ ਵਸਤੂ ਦੀ ਆਪਣੀ ਕੀਮਤ ਕਰਕੇ। ਮਤਲਬ ਜਿਹੜੇ ਬਾਕੀ ਤੱਤ ਨੇ, ਚਾਹੇ ਉਹ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਵੀ ਵਸਤੂ ਦੀ ਜਿਹੜੀ ਸੰਬੰਧਿਤ ਵਸਤੂਆਂ ਦੀ ਕੀਮਤ ਹੈ, ਚਾਹੇ ਫਰਮਾਂ ਦੀ ਗਿਣਤੀ ਹੈ, ਚਾਹੇ ਸਰਕਾਰ ਦੀ ਨੀਤੀ ਹੈ, ਚਾਹੇ ਮਤਲਬ ਆਪਾਂ ਤਕਨੀਕ ਦਾ ਪੱਧਰ ਹੈ, ਚਾਹੇ ਉਤਪਾਦਨ ਦੇ ਸਾਧਨਾਂ ਦੀ ਮੌਜੂਦਗੀ ਹੈ, ਉਤਪਾਦਨ ਦੇ ਸਾਧਨਾਂ ਦੀ ਕੀਮਤ ਹੈ, ਜੋ ਮਰਜ਼ੀ ਹੈ, ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੀ ਕਰ ਰਹੇ ਹਾਂ, ਆਪਾਂ ਇਹਨਾਂ ਨੂੰ ਸਥਿਰ ਮੰਨ ਰਹੇ ਹਾਂ। ਤਾਂ ਆਪਾਂ ਕਹਿੰਦੇ ਹਾਂ ਬਾਕੀ ਚੀਜ਼ਾਂ ਤਾਂ ਦੇਖੋ ਜੀ ਸਥਿਰ ਨੇ। ਪੂਰਤੀ ਨੂੰ 1 ਤੋਂ 5 ਕਰਨਾ ਹੈ, ਕਿਸ ਕਰਕੇ ਕਰਨਾ ਹੈ, ਉਹ ਇਸ ਕਰਕੇ ਕਰਨਾ ਹੈ ਵੀ ਜਦੋਂ ਉਸ ਵਸਤੂ ਦੀ ਕੀਮਤ ਬਦਲੇ। ਤਾਂ ਹੁਣ ਆਪਾਂ ਨੂੰ ਕੀ ਕਰਨਾ ਪਏਗਾ, ਦੇਖੋ ਪੂਰਤੀ ਅਗਰ 1 ਤੋਂ 5 ਕਰਨੀ ਹੈ ਸਿਰਫ ਕੀਮਤ ਕਰਕੇ, ਤਾਂ ਫਿਰ ਕੀਮਤ ਵੀ ਕੀ ਕਰਨਾ ਪਏਗਾ, ਆਪਾਂ ਨੂੰ ਵਧਾਣੀ ਪਏਗੀ। ਕਿਉਂ, ਆਪਾਂ ਨੂੰ ਪੂਰਤੀ ਦਾ ਨਿਯਮ ਜਿਹੜਾ ਹੈ ਉਹ ਲਾਗੂ ਕਰਾਉਣਾ ਪਏਗਾ ਵੀ ਆਪਾਂ ਪੂਰਤੀ ਵਧਾਣੀ ਹੈ ਕਿੰਦੇ ਕਰਕੇ, ਕੀਮਤ ਕਰਕੇ। ਤਾਂ ਪੂਰਤੀ ਜਦੋਂ ਕੀਮਤ ਕਰਕੇ ਵੱਧਦੀ ਹੈ ਫਿਰ ਕੀਮਤ ਵੀ ਕੀ ਹੁੰਦਾ ਹੈ, ਵੱਧਦੀ ਹੈ। ਕਿਉਂਕਿ ਆਪਾਂ ਪੂਰਤੀ ਦੇ ਨਿਯਮ ਦੇ ਵਿੱਚ ਆਲਰੇਡੀ ਗੱਲ ਕਰਕੇ ਆਇਆ ਵੀ ਜਦੋਂ ਕਿਸੇ ਵਸਤੂ ਦੀ ਕੀਮਤ ਵੱਧਦੀ ਹੈ ਤਾਂ ਉਹਦੀ ਪੂਰਤੀ ਜਿਹੜੀ ਹੈ ਉਹ ਵੱਧ ਜਾਂਦੀ ਹੈ। ਤਾਂ ਹੁਣ ਆਪਾਂ ਨੂੰ ਕੀਮਤ ਵੀ ਕੀ ਕਰਨਾ ਪਏਗਾ, ਇੱਥੇ 2, ਇੱਥੇ 3, ਇੱਥੇ 4, ਇੱਥੇ 5 ਜਿਹੜਾ ਉਹ ਕਰਨੀ ਪਏਗੀ। ਹੁਣ ਧਿਆਨ ਕਿਸ ਗੱਲ ਦਾ ਰੱਖਣਾ ਹੈ ਵੀ ਇੱਥੇ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਕੀਮਤ ਨੂੰ 1 ਤੋਂ 5 ਹੀ ਕਰਨਾ ਹੈ, ਨਹੀਂ, ਇਹ ਜਿਹਾ ਕੋਈ ਰੂਲ ਨਹੀਂ ਹੈਗਾ। ਤੁਸੀਂ ਪੂਰਤੀ ਨੂੰ 1 ਤੋਂ ਵਧਾਣਾ ਹੈ, ਮਤਲਬ 1 ਤੋਂ 5 ਕਰਨਾ ਮੰਨ ਲਓ। ਠੀਕ ਹੈ। ਜ਼ਰੂਰੀ ਨਹੀਂ ਵੀ ਕੀਮਤ ਵੀ 1 ਤੋਂ 5 ਹੀ ਕਰਨੀ ਪਏਗੀ, ਨਹੀਂ, ਅਗਰ ਤੁਸੀਂ ਕੀਮਤ 1 ਤੋਂ 2 ਵੀ ਕਰ ਦਿਓਗੇ ਤਾਂ ਵੀ ਠੀਕ ਹੈ। ਮਤਲਬ ਇਹ ਨਹੀਂ ਹੈਗਾ ਵੀ ਜਿੰਨੀ ਪੂਰਤੀ ਵਧਾ ਰਿਹਾ ਕੀਮਤ ਉਨੀ ਹੀ ਵਧਾਣੀ ਹੈ। ਉਹ ਕਹਿੰਦਾ ਕੀਮਤ ਦੇ ਵਧਣ ਤੇ ਪੂਰਤੀ ਵਧੇ, ਕੀਮਤ ਦੇ ਵਧਣ ਤੇ ਪੂਰਤੀ ਵਧੇ, ਤੁਹਾਨੂੰ ਆਪਾਂ ਪੂਰਤੀ ਵਿੱਚ ਵਿਸਥਾਰ ਕਹਿੰਦੇ ਆ। ਪਰ ਇਹ ਕਿੱਥੇ ਕਿਹਾ ਵੀ ਕੀਮਤ ਉਨੀ ਹੀ ਵਧੇ ਜਿੰਨੀ ਪੂਰਤੀ ਵਧੀ ਹੈ, ਨਾ, ਇਹ ਤਾਂ ਕੁਝ ਆਪਾਂ ਲਿਖਿਆ ਹੀ ਨਹੀਂ। ਤਾਂ ਕੀਮਤ ਜਿਹੜੀ ਹੈ ਉਹ 1 ਤੋਂ ਜ਼ਿਆਦਾ ਹੋਣੀ ਚਾਹੀਦੀ ਹੈ।
ਇੱਕ ਤੋਂ ਜ਼ਿਆਦਾ ਮਤਲਬ ਇੱਕ ਤੋਂ ਜ਼ਿਆਦਾ ਤਾਂ 2 ਵੀ ਹੋ ਸਕਦਾ ਹੈ, 3 ਵੀ ਹੋ ਸਕਦਾ ਹੈ, 4 ਵੀ ਹੋ ਸਕਦਾ ਹੈ, 5 ਵੀ ਹੋ ਸਕਦਾ ਹੈ। ਤੁਸੀਂ ਜੋ ਮਰਜ਼ੀ ਬਣਾ ਲੋਗੇ, ਸਾਰਾ ਕੁਝ ਠੀਕ ਹੈ। ਬਸ ਧਿਆਨ ਇਹ ਰੱਖਣਾ ਹੈ ਵੀ ਕੀਮਤ ਜਿਹੜੀ ਹੈ ਉਹ ਇੱਕ ਤੋਂ ਜ਼ਿਆਦਾ ਹੋਵੇ। ਤਾਂ ਹੁਣ ਆਪਾਂ ਕੀ ਕੀਤਾ, ਇਧਰ ਕੀਮਤ ਜਿਹੜੀ ਹੈ ਉਹ 5 ਲੈ ਲਈ, ਤਾਂ ਉਹਦੇ ਹਿਸਾਬ ਨਾਲ ਇਧਰ ਪੂਰਤੀ ਵੀ ਜਿਹੜੀ ਹੈ ਉਹ ਆਪਾਂ 5 ਲੈ ਲਈ। ਤਾਂ ਆ ਆਪਣੀ ਪੂਰਤੀ ਆ ਗਈ। ਆਪਾਂ ਆ ਗਏ ਇਸ B ਪੁਆਇੰਟ ਤੇ। ਆਪਾਂ A ਤੇ B ਜਿਹੜੀ ਹੈ ਉਹਨੂੰ ਮਿਲਾਤਾ, ਤਾਂ SS ਜਿਹੜੀ ਹੈ ਉਹ ਆਪਣੀ ਪੂਰਤੀ ਵਕਰ ਬਣ ਗਈ। ਠੀਕ ਹੈ, ਯਾਨੀ ਹੁਣ ਕੀ ਹੋਇਆ, ਕਹਿੰਦਾ ਪੂਰਤੀ ਵਿੱਚ ਵਿਸਥਾਰ ਹੋਇਆ। ਪੂਰਤੀ ਅੱਗੇ ਨਾਲੋਂ ਕੀ ਹੋ ਗਿਆ, ਵਿਸਤ੍ਰਿਤ ਹੋ ਗਈ, ਫੈਲ ਗਈ। ਕਿਸ ਕਰਕੇ, ਕੀਮਤ ਕਰਕੇ। ਤਾਂ ਜਦੋਂ ਕਿਸੇ ਵੀ ਵਸਤੂ ਦੀ ਪੂਰਤੀ ਪਹਿਲਾਂ ਨਾਲੋਂ ਵੱਧ ਜਾਂਦੀ ਹੈ, ਕਿੰਦੇ ਕਰਕੇ, ਸਿਰਫ ਉਸ ਦੀ ਕੀਮਤ ਕਰਕੇ, ਤਾਂ ਫਿਰ ਕੀਮਤ ਵੀ ਕੀ ਕਰਨਾ ਪਏਗਾ, ਵਧਾਣੀ ਪਏਗੀ। ਤੁਹਾਨੂੰ ਆਪਾਂ ਪੂਰਤੀ ਦੇ ਵਿੱਚ ਵਿਸਥਾਰ ਕਹਿੰਦੇ ਆ। ਜਦੋਂ ਆਪਾਂ ਕੀਮਤ ਵਧਾ ਰਹੇ ਆ, ਧਿਆਨ ਰੱਖਣਾ ਜਿਹੜੇ ਬਾਕੀ ਤੱਤ ਨੇ ਉਹਨਾਂ ਨੂੰ ਆਪਾਂ ਸਥਿਰ ਮੰਨ ਕੇ ਜਿਹੜਾ ਹੈ ਉਹ ਚੱਲ ਰਹੇ ਆ। ਮਤਲਬ ਬਾਕੀ ਤੱਤਾਂ ਦੇ ਵਿੱਚ ਆਪਾਂ ਕੋਈ ਬਦਲਾਵ ਜਿਹੜਾ ਹੈ ਉਹ ਨਹੀਂ ਕਰਨਾ। ਤਾਂ ਹੁਣ ਆਪਾਂ ਕੀ ਕਿਹਾ ਸੀ ਵੀ ਜਦੋਂ ਆਪਾਂ ਪੂਰਤੀ ਵਿੱਚ ਵਿਸਥਾਰ ਦੀ ਗੱਲ ਕਰਦੇ ਆ, ਉਹਨੂੰ ਆਪਾਂ ਕਹਿੰਦੇ ਆ ਮੂਵਮੈਂਟ ਅਲੋਂਗ ਅ ਸਪਲਾਈ ਕਰਵ। ਮਤਲਬ ਆਪਾਂ ਇੱਕੋ ਪੂਰਤੀ ਵਕਰ ਤੇ ਹੀ ਜਿਹੜੀ ਹੈ ਉਹ ਮੂਵਮੈਂਟ ਕਰਾਂਗੇ। ਕਹਿਣ ਦਾ ਮਤਲਬ ਕੀ ਹੈ ਵੀ ਅਗਰ ਆਪਾਂ ਸ਼ੁਰੂਆਤ ਵਿੱਚ ਦੇਖੀਏ ਤਾਂ ਸ਼ੁਰੂਆਤ ਚ ਹੈਗੀ ਸੀ ਆਪਾਂ A ਪੁਆਇੰਟ ਤੇ, ਹੁਣ ਆਪਾਂ ਹੈਗੇ ਆ B ਪੁਆਇੰਟ ਤੇ, ਪਰ ਪੂਰਤੀ ਵਕਰ ਤਾਂ ਆਪਣੀ SS ਹੀ ਰਹੀ। ਤਾਂ ਆਪਾਂ ਕੀ ਕੀਤਾ, ਜਦੋਂ ਪੂਰਤੀ ਵਿੱਚ ਵਿਸਥਾਰ ਹੋਏਗਾ ਤਾਂ ਤੁਸੀਂ ਤੀਰ ਉੱਪਰ ਵਾਲੇ ਪਾਸੇ ਲਾਣਾ ਹੈ। ਮਤਲਬ ਕੀ ਕਰੋਗੇ, ਤੁਸੀਂ A ਪੁਆਇੰਟ ਤੋਂ B ਪੁਆਇੰਟ ਵਾਲੇ ਪਾਸੇ ਜਾ ਰਹੇ ਹੋ, ਮਤਲਬ ਹੇਠਲੇ ਪੁਆਇੰਟ ਤੋਂ ਉੱਪਰ ਵਾਲੇ ਪੁਆਇੰਟ ਵੱਲ ਜਾ ਰਹੇ ਹੋ, ਪਰ ਤੁਹਾਡੀ ਪੂਰਤੀ ਜਿਹੜੀ ਹੈ, ਪੂਰਤੀ ਵਕਰ ਜਿਹੜੀ ਹੈ ਉਹ ਕੀ ਹੋਏਗਾ, ਸੇਮ ਰਹੇਗੀ। ਮਤਲਬ ਤੁਹਾਨੂੰ ਕਿਸੇ ਹੋਰ ਪੂਰਤੀ ਵਕਰ ਦੀ ਲੋੜ ਜਿਹੜੀ ਹੈ ਉਹ ਨਹੀਂ ਪਏਗੀ। ਤਾਂ ਪੂਰਤੀ ਵਿੱਚ ਵਿਸਥਾਰ ਕੀ ਹੈ, ਜਦੋਂ ਕਿਸੇ ਵੀ ਵਸਤੂ ਦੀ ਪੂਰਤੀ ਵਿੱਚ ਉਸ ਦੀ ਕੀਮਤ ਕਰਕੇ ਵਾਧਾ ਹੋ ਜਾਂਦਾ ਹੈ ਤਾਂ ਉਹਨੂੰ ਵਿਸਥਾਰ ਕਿਹਾ ਜਾਂਦਾ ਹੈ। ਜਦਕਿ ਬਾਕੀ ਸਾਰੇ ਤੱਤ ਜੋ ਪੂਰਤੀ ਨੂੰ ਪ੍ਰਭਾਵਿਤ ਕਰਦੇ ਨੇ ਉਹ ਸਥਿਰ ਮੰਨੇ ਜਾਂਦੇ ਨੇ। ਤਾਂ ਹੁਣ ਆਪਾਂ ਅਗਲਾ ਟੌਪਿਕ ਇਹਦੇ ਨਾਲ ਮਿਲਦਾ ਜੁਲਦਾ ਹੀ ਕਰਦੇ ਹਾਂ। ਤਾਂ ਹੁਣ ਨੰਬਰ 2 ਜਿਹੜਾ ਟੌਪਿਕ ਹੈ ਉਹਨੂੰ ਆਪਾਂ ਕਹਿੰਦੇ ਹਾਂ ਪੂਰਤੀ ਵਿੱਚ ਸੰਕੁਚਨ, ਜਾਂ ਆਪਾਂ ਨੂੰ ਪੂਰਤੀ ਵਿੱਚ ਸੁੰਗੜਨਾ। ਪੂਰਤੀ ਦਾ ਸੁੰਗੜਨਾ ਵੀ ਕਹਿੰਦੇ ਹਾਂ, ਵੀ ਸੁੰਗੜਨਾ ਬੋਲ ਲੋ ਕਿ ਸੰਕੁਚਨ ਬੋਲ ਲੋ, ਇੱਕੋ ਗੱਲ ਹੈ। ਵੀ ਹੁਣ ਉਹ ਕਹਿੰਦਾ ਵੀ ਪੂਰਤੀ ਜਿਹੜੀ ਹੈ ਨਾ ਉਹ ਸੁੰਗੜ ਗਈ। ਸੁੰਗੜ ਗਈ ਮਤਲਬ ਕੀ ਹੋ ਗਿਆ, ਉਹਦਾ ਸੰਕੁਚਨ ਹੋ ਗਿਆ। ਮਤਲਬ ਕੀ ਹੋਇਆ, ਵੀ ਹੁਣ ਆਪਾਂ ਕਹਿੰਦੇ ਆ ਵੀ ਪੂਰਤੀ ਜਦੋਂ ਸੁੰਗੜੇਗੀ ਤਾਂ ਕੀ ਹੋ ਜਾਏਗਾ, ਵੀ ਮੰਨ ਲਓ ਪਹਿਲਾਂ ਐਨੀ ਪੂਰਤੀ ਸੀ, ਹੁਣ ਕੀ ਹੋ ਗਿਆ, ਹੁਣ ਸੁੰਗੜ ਗਈ। ਜਿਵੇਂ ਆਪਾਂ ਕਹਿੰਦੇ ਨਾ ਵੀ ਕੱਪੜੇ ਸੁੰਗੜ ਗਏ ਜੀ, ਆਪਣੇ ਕੱਪੜੇ ਛੋਟੇ ਹੋ ਗਏ ਜੀ। ਤਾਂ ਮਤਲਬ ਕੀ ਹੈ ਵੀ ਪਹਿਲਾਂ ਪੂਰਤੀ ਇੰਨੀ ਸਾਰੀ ਹੋ ਰਹੀ ਸੀ ਜਿੰਨੇ ਮੇਰੇ ਹੱਥ ਹੈ, ਠੀਕ ਹੈ। ਆਪਾਂ ਕਹਿੰਦੇ ਹੁਣ ਨਾ ਸੁੰਗੜ ਗਈ। ਜੇ ਸੁੰਗੜ ਗਈ ਤਾਂ ਕੀ ਹੋਏਗਾ, ਜਦੋਂ ਕੱਪੜਾ ਸੁੰਗੜਦਾ ਹੈ ਤਾਂ ਫੈਲਦਾ ਥੋੜੀ ਹੈ, ਤਾਂ ਕੀ ਹੁੰਦਾ ਹੈ ਉਹ ਛੋਟਾ ਹੋ ਜਾਂਦਾ ਹੈ। ਵੀ ਪਹਿਲਾਂ ਇੰਨੀ ਸੀ, ਹੁਣ ਕੀ ਹੋ ਗਿਆ, ਇੰਨੀ ਰਹਿ ਗਈ। ਮਤਲਬ ਪਹਿਲਾਂ ਇੱਥੋਂ ਇੱਥੇ ਆਈ ਹੈ, ਮਤਲਬ ਵਾਪਸ ਆਈ ਹੈ। ਯਾਨੀ ਪੂਰਤੀ ਨੇ ਕੀ ਕਰਨਾ ਹੈ, ਹੁਣ ਵਾਪਸ ਆਣਾ ਹੈ। ਪੂਰਤੀ ਨੇ ਅਗਰ ਮੰਨ ਲਓ ਪਹਿਲਾਂ 5 ਹੈ ਤਾਂ ਉਹਨੇ ਅੰਦਰ ਦੇ ਵੱਲ ਆਣਾ ਹੈ। ਅੰਦਰ ਦੇ ਵੱਲ ਆਣਾ ਹੈ ਮਤਲਬ ਹੁਣ ਉਹ 4 ਵੀ ਹੋ ਸਕਦੀ ਹੈ, 3 ਵੀ ਹੋ ਸਕਦੀ ਹੈ, 2 ਵੀ ਹੋ ਸਕਦੀ ਹੈ, 1 ਵੀ ਹੋ ਸਕਦੀ ਹੈ। ਮਤਲਬ ਪੂਰਤੀ ਜਿਹੜੀ ਹੈ ਉਹ ਵਾਪਸ ਵੱਲ ਆ ਰਹੀ ਹੈ। ਪੂਰਤੀ ਜਿਹੜੀ ਉਹ ਸੁੰਗੜ ਰਹੀ ਹੈ। ਤਾਂ ਹੁਣ ਕਿੰਦੇ ਕਰਕੇ ਸੁੰਗੜ ਰਹੀ ਹੈ, ਕਹਿੰਦਾ ਕੀਮਤ ਕਰਕੇ। ਤਾਂ ਜੇ ਪੂਰਤੀ ਅੰਦਰ ਵੱਲ ਆਏਗੀ, ਯਾਨੀ 4 3 2 1 ਹੋਏਗੀ, ਕਿੰਦੇ ਕਰਕੇ, ਕੀਮਤ ਕਰਕੇ। ਤਾਂ ਫਿਰ ਕੀਮਤ ਵੀ ਕੀ ਹੋਏਗਾ, ਕੀਮਤ ਵੀ ਸੁੰਗੜੇਗੀ, ਯਾਨੀ ਕੀਮਤ ਵੀ ਕੀ ਹੋਏਗਾ, ਘਟੇਗੀ। ਤਾਂ ਆਪਾਂ ਇਹਦੇ ਵਿੱਚ ਕੀ ਕਰਾਂਗੇ, ਆਪਾਂ ਇੱਥੇ ਪਹਿਲਾਂ ਕੀਮਤ ਲੈ ਲੈਂਦੇ ਆ, ਇੱਥੇ ਆਪਾਂ ਪੂਰਤੀ ਲੈ ਲੈਂਦੇ ਆ। ਤਾਂ ਸ਼ੁਰੂਆਤ ਚ ਮੰਨ ਲੈਂਦੇ ਆ ਵੀ ਕੀਮਤ ਜਿਹੜੀ ਹੈ ਉਹ 5 ਰੁਪਏ ਹੈ, ਤਾਂ ਉਹਦੇ ਤੇ ਪੂਰਤੀ ਵੀ ਜਿਹੜੀ ਹੈ ਉਹ 5 ਰੁਪਏ ਹੈ। ਤਾਂ ਇਹਦੇ ਹਿਸਾਬ ਨਾਲ ਆਪਾਂ ਕੀ ਕਰਦੇ ਆ, ਇੱਕ ਡਾਇਗਰਾਮ ਜਿਹੜੀ ਹੈ ਉਹ ਬਣਾ ਲੈਂਦੇ ਆ। ਤਾਂ ਡਾਇਗਰਾਮ ਦੇ ਵਿੱਚ ਬਿਲਕੁਲ ਸੇਮ ਜਿਵੇਂ ਆਪਾਂ ਹੁਣੇ ਡਾਇਗਰਾਮ ਬਣਾਈ, ਜਿਹੜਾ x ਐਕਸਿਸ ਹੈ ਉੱਥੇ ਆਪਾਂ ਪੂਰਤੀ ਲੈ ਲੈਂਦੇ ਆ, ਜਿਹੜਾ y ਐਕਸਿਸ ਹੈ ਉੱਥੇ ਆਪਾਂ ਕੀਮਤ ਲੈ ਲੈਂਦੇ ਆ। ਤਾਂ ਆਪਾਂ ਕੀਮਤ 5 ਲਈ ਹੈ, ਪੂਰਤੀ 5 ਲਈ ਹੈ, ਤਾਂ ਆਪਾਂ ਇੱਥੇ 1 2 3 4 ਤੇ 5 ਆਪਣੀ ਪੂਰਤੀ ਆ ਗਈ। 1 2 3 4 5 ਆਪਣੀ ਕੀਮਤ ਆ ਗਈ। 1 2 3 4 5, ਠੀਕ ਹੈ। ਤਾਂ ਸ਼ੁਰੂਆਤ ਚ ਕੀ ਹੈ, ਦੇਖੋ ਕੀਮਤ ਜਿਹੜੀ ਹੈ ਉਹ ਹੈਗੀ ਹੈ 5, ਠੀਕ ਹੈ। ਤਾਂ ਉਹਦੇ ਸਾਹਮਣੇ ਪੂਰਤੀ ਵੀ ਜਿਹੜੀ ਹੈਗੀ ਹੈ ਉਹ ਹੈਗੀ ਹੈ 5। ਤਾਂ ਤੁਸੀਂ ਕੀ ਹੈਗੇ ਹੋ,
A ਪੁਆਇੰਟ ਤੇ ਹੈਗੇ ਹੋ, ਪ੍ਰੈਜ਼ੈਂਟਲੀ ਇਹ ਹਾਲਾਤ ਚੱਲ ਰਹੇ ਨੇ। ਹੁਣ ਉਹ ਕਹਿੰਦਾ ਵੀ ਜਿਹੜੀ ਪੂਰਤੀ ਹੈ ਉਹ ਕੀ ਹੋ ਗਿਆ, ਸੁੰਗੜ ਗਈ। ਸੁੰਗੜ ਗਈ ਮਤਲਬ ਹੁਣ ਤੁਸੀਂ 5 ਤੋਂ ਉਹਨੂੰ ਵਾਪਸ ਲੈ ਕੇ ਆਣਾ ਹੈ। ਹੁਣ ਤੁਸੀਂ ਭਾਵੇਂ 4 ਤੇ ਲਿਆਓ ਤਾਂ ਵੀ ਸੁੰਗੜ ਜਾਏਗੀ, 3 ਤੇ ਲਿਆਓ, 2 ਤੇ ਲਿਆਓ, 1 ਤੇ ਲਿਆਓ, ਜਿੱਥੇ ਮਰਜ਼ੀ ਲਿਆਓ ਉਹਨੇ ਸੁੰਗੜ ਹੀ ਜਾਣਾ। ਤੁਹਾਡੀ ਮਰਜ਼ੀ ਹੈ, ਜਿੰਨਾ ਮਰਜ਼ੀ ਲਿਖੋ, ਪਰ ਇਹ ਧਿਆਨ ਰੱਖਣਾ ਕਿ 5 ਤੋਂ ਘੱਟ ਲਿਖਿਆ ਜੇ। 4 3 2 1 ਤੁਹਾਡੇ ਕੋਲ ਸਾਰੀਆਂ ਆਪਸ਼ਨਸ ਹੈਗੀਆਂ ਨੇ, ਤੁਸੀਂ ਕੁਝ ਵੀ ਲਿਖ ਸਕਦੇ ਹੋ। ਮੰਨ ਲਓ ਮੈਂ ਉਹਨੂੰ ਸੁੰਗਾੜ ਕੇ ਕੀ ਕੀਤਾ, ਮੈਂ ਉਹਨੂੰ 1 ਤੇ ਲਿਆਇਆ, ਤਾਂ ਹੁਣ ਸੋਚੋ ਵੀ ਆਪਾਂ ਪੂਰਤੀ ਕਿੰਨੀ ਕਰਨੀ ਹੈ, 1 ਕਰਨੀ ਹੈ। ਯਾਨੀ ਪੂਰਤੀ ਨੂੰ 5 ਤੋਂ 1 ਲਿਆਣਾ ਹੈ। ਹੁਣ ਕਿਸ ਕਰਕੇ ਲਿਆਣਾ ਹੈ, ਕੀਮਤ ਕਰਕੇ। ਜੋ ਹੁਣ ਜੇ ਪੂਰਤੀ 5 ਤੋਂ 1 ਹੋ ਰਹੀ ਹੈ, ਕੀਮਤ ਕਰਕੇ ਹੋ ਰਹੀ ਹੈ, ਤਾਂ ਫਿਰ ਪੂਰਤੀ ਦਾ ਨਿਯਮ ਲਾਣਾ ਪਏਗਾ। ਤਾਂ ਹੁਣ ਕੀਮਤ ਨੂੰ ਵੀ ਕੀ ਹੋਣਾ ਪਏਗਾ, ਘੱਟ ਹੋਣਾ ਪਊਗਾ। ਤਾਂ ਆਪਾਂ ਕੀ ਕੀਤਾ, ਆਪਾਂ ਕਿਹਾ ਹੁਣ ਕੀਮਤ ਵੀ ਕਿੰਨੀ ਹੋਗੀ, ਮੰਨ ਲਓ 1 ਹੋਗੀ। ਹੁਣ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਕੀਮਤ 1 ਹੀ ਕਰਨੀ ਹੈ, ਤੁਸੀਂ ਕੀਮਤ ਨੂੰ ਪਹਿਲਾਂ ਨਾਲੋਂ ਘਟਾਣਾ ਹੈ। ਘਟਾਣਾ ਮਤਲਬ ਹੁਣ ਤੁਸੀਂ 4 ਵੀ ਲਿਆ ਸਕਦੇ ਹੋ, 3 ਵੀ, 2 ਵੀ, 1 ਵੀ, ਜੋ ਮਰਜ਼ੀ ਲਿਆਓ, ਤੁਹਾਡੀ ਮਰਜ਼ੀ ਹੈ। ਪਰ ਧਿਆਨ ਇਹ ਰੱਖਣਾ ਵੀ ਕੀਮਤ 5 ਤੋਂ ਘੱਟ ਹੋਣੀ ਚਾਹੀਦੀ ਹੈ। ਕਿੰਨੀ ਘੱਟ ਹੋਵੇ ਉਹ ਤੁਹਾਡੀ ਮਰਜ਼ੀ ਹੈ, ਜੋ ਮਰਜ਼ੀ ਲਿਖ ਲਿਆ ਜੀ। ਤਾਂ ਮੈਂ ਕੀ ਕੀਤਾ, ਮੈਂ ਇੱਥੇ ਕੀਮਤ ਨੂੰ ਵੀ 1 ਲਿਆਂਦਾ, ਤਾਂ ਇਹਨਾਂ ਦੋਨਾਂ ਨੂੰ ਮੈਂ ਮਿਲਾਤਾ। ਤਾਂ ਹੁਣ ਮੇਰੇ ਕੋਲ ਆ ਗਿਆ ਆ B ਪੁਆਇੰਟ ਆ ਗਿਆ। ਠੀਕ ਹੈ, ਜਦੋਂ ਆਪਾਂ A ਤੇ B ਪੁਆਇੰਟ ਨੂੰ ਮਿਲਾਇਆ, ਆ ਬਣ ਗਈ ਆਪਣੀ SS, ਆਪਣੀ ਪੂਰਤੀ ਵਕਰ ਬਣ ਗਈ। ਵੀ ਆਪਾਂ ਪਹਿਲਾਂ ਜਿਹੜਾ ਹੈ ਉਹ ਹੈਗੇ ਸੀ ਪੂਰਤੀ ਵਕਰ ਦੇ A ਪੁਆਇੰਟ ਤੇ, ਹੁਣ ਆਪਾਂ ਹੈਗੇ ਆ ਪੂਰਤੀ ਵਕਰ ਦੇ B ਪੁਆਇੰਟ ਤੇ। ਯਾਨੀ ਹੁਣ ਆਪਾਂ ਕੀ ਕਰ ਰਹੇ ਆ, ਆਪਾਂ ਤੀਰ ਜਿਹੜਾ ਹੈ ਉਹ ਨੀਚੇ ਵੱਲ ਲਾਵਾਂਗੇ, ਇਸ ਪਾਸੇ ਲਾਵਾਂਗੇ। ਵੀ ਪਹਿਲਾਂ ਆਪਾਂ ਪੂਰਤੀ ਵਕਰ ਦੇ ਉੱਪਰ ਵਾਲੇ ਪੁਆਇੰਟ ਤੇ ਸੀ, ਹੁਣ ਆਪਾਂ ਨੀਚੇ ਵਾਲੇ ਪੁਆਇੰਟ ਤੇ ਆ ਗਏ। ਕਹਿਣ ਦਾ ਮਤਲਬ ਕੀ ਹੈ ਕਿ ਆਪਾਂ ਹੁਣ ਵੀ ਇੱਕੋ ਹੀ ਪੂਰਤੀ ਵਕਰ ਤੇ ਰਹੇ ਆ, ਜੋ ਕਿ SS ਹੈ। ਪਰ ਫਰਕ ਕੀ ਪੈ ਗਿਆ ਵੀ ਪਹਿਲਾਂ ਆਪਾਂ ਉਸੇ ਪੂਰਤੀ ਵਕਰ ਦੇ A ਪੁਆਇੰਟ ਤੇ ਸੀ, ਹੁਣ ਆਪਾਂ ਉਸੇ ਪੂਰਤੀ ਵਕਰ ਦੇ B ਪੁਆਇੰਟ ਤੇ ਹਾਂ। ਮਤਲਬ ਪੂਰਤੀ ਵਕਰ ਚੇਂਜ ਨਹੀਂ ਹੋਈ, ਪੂਰਤੀ ਵਕਰ ਉਹੀ ਹੈ, ਸਿਰਫ ਆਪਾਂ ਕੀ ਕੀਤਾ, ਆਪਾਂ ਉਹਦੇ ਉੱਪਰ ਵਾਲੇ ਪੁਆਇੰਟ ਤੋਂ ਹੇਠਾਂ ਵਾਲੇ ਪੁਆਇੰਟ ਤੇ ਆ ਗਏ। ਤਾਂ ਹੀ ਆਪਾਂ ਇਹਨੂੰ ਮੂਵਮੈਂਟ ਅਲੋਂਗ ਅ ਸਪਲਾਈ ਕਰਵ ਕਹਿੰਦੇ ਆ। ਵੀ ਜਿੰਦੇ ਚ ਆਪਾਂ ਕੀ ਹੁੰਦਾ ਹੈ, ਜਦੋਂ ਪੂਰਤੀ ਸਿਰਫ ਤੇ ਸਿਰਫ ਕੀਮਤ ਕਰਕੇ ਬਦਲਦੀ ਹੈ, ਜਦਕਿ ਪੂਰਤੀ ਨੂੰ ਪ੍ਰਭਾਵਿਤ ਕਰਨ ਵਾਲੇ ਜਾਂ ਪੂਰਤੀ ਨੂੰ ਨਿਰਧਾਰਿਤ ਕਰਨ ਵਾਲੇ ਜਿਹੜੇ ਬਾਕੀ ਤੱਤ ਨੇ, ਉਹਨਾਂ 'ਚ ਕਿਸੇ ਤਰ੍ਹਾਂ ਦਾ ਕੋਈ ਬਦਲਾਵ ਨਹੀਂ ਹੁੰਦਾ। ਤਾਂ ਕੀ ਹੋਏਗਾ, ਆਪਾਂ ਸੇਮ ਪੂਰਤੀ ਵਕਰ ਤੇ ਰਾਂਗੇ। ਫਰਕ ਕੀ ਹੋਏਗਾ, ਜਾਂ ਤਾਂ ਆਪਾਂ ਨੀਚੇ ਵਾਲੇ ਪੁਆਇੰਟ ਤੋਂ ਉੱਪਰ ਵਾਲੇ ਪੁਆਇੰਟ ਵੱਲ ਜਾਵਾਂਗੇ, ਜਾਂ ਆਪਾਂ ਉੱਪਰ ਵਾਲੇ ਪੁਆਇੰਟ ਤੋਂ ਨੀਚੇ ਵਾਲੇ ਪੁਆਇੰਟ ਵੱਲ ਆਵਾਂਗੇ। ਪਰ ਪੂਰਤੀ ਵਕਰ ਚੇਂਜ ਨਹੀਂ ਹੋਏਗੀ, ਉਹ ਉਹੀ ਦੀ ਉਹੀ ਰਹੇਗੀ। ਹੁਣ ਕਿਉਂ ਰਹੇਗੀ, ਇਹ ਆਪਾਂ ਜਦੋਂ ਆਪਣਾ ਅਗਲਾ ਟੌਪਿਕ ਕੰਪਲੀਟ ਕਰ ਲਾਂਗੇ, ਉਦੋਂ ਆਪਾਂ ਇਸ ਚੀਜ਼ ਨੂੰ ਡਿਸਕਸ ਕਰਾਂਗੇ। ਤਾਂ ਇਹ ਪੂਰਤੀ 'ਚ ਵਿਸਥਾਰ ਹੈ, ਇਹ ਪੂਰਤੀ 'ਚ ਸੰਕੋਚਨ ਹੈ। ਜਦੋਂ ਮੈਂ ਕੀ ਕਰ ਰਿਹਾ, ਕੀਮਤ ਬਦਲ ਰਿਹਾ, ਦੇਖੋ ਦੋਨਾਂ 'ਚ ਮੈਂ ਕੀਮਤ ਬਦਲੀ ਹੈ। ਇੱਥੇ 1 ਤੋਂ 5 ਕੀਤੀ ਹੈ, ਇੱਥੇ 5 ਤੋਂ 1 ਕੀਤੀ ਹੈ। ਜਦੋਂ ਮੈਂ ਕੀਮਤ ਬਦਲੀ ਹੈ ਤਾਂ ਮੈਂ ਮੰਨ ਕੇ ਚੱਲ ਰਿਹਾ ਕਿ ਪੂਰਤੀ ਨੂੰ ਪ੍ਰਭਾਵਿਤ ਜਾਂ ਨਿਰਧਾਰਿਤ ਕਰਨ ਵਾਲੇ ਜਿਹੜੇ ਬਾਕੀ ਤੱਤ ਨੇ, ਉਹਨਾਂ 'ਚ ਕਿਸੇ ਤਰ੍ਹਾਂ ਦਾ ਕੋਈ ਬਦਲਾਵ ਜਿਹੜਾ ਹੈ ਉਹ ਨਹੀਂ ਹੋ ਰਿਹਾ। ਠੀਕ ਹੈ, ਤਾਂ ਹੁਣ ਇਹ ਹੋ ਗਿਆ ਆਪਣਾ ਪਹਿਲਾ ਹਿੱਸਾ। ਹੁਣ ਆਪਾਂ ਕੀ ਕਰਦੇ ਆ, ਆਪਣਾ ਜਿਹੜਾ ਪੂਰਤੀ ਫਲਨ ਆਪਾਂ ਲੈਕਚਰ ਦੀ ਸ਼ੁਰੂਆਤ ਦੇ ਵਿੱਚ ਬਣਾਇਆ ਸੀ, ਆਪਾਂ ਉਹਦਾ ਦੂਜਾ ਹਿੱਸਾ ਲੈ ਲੈਂਦੇ ਆ। ਯਾਨੀ ਹੁਣ ਆਪਾਂ ਕੀ ਕਰਦੇ ਹਾਂ, ਹੁਣ ਆਪਾਂ ਪੂਰਤੀ ਬਦਲਾਂਗੇ। ਠੀਕ ਹੈ, ਪਰ ਕਿੰਨੇ ਕਰਕੇ, ਹੁਣ ਜੋ ਪੂਰਤੀ ਬਦਲਾਂਗੇ ਉਹ ਆਪਾਂ ਕੀਮਤ ਕਰਕੇ ਨਹੀਂ ਬਦਲਣੀ, ਬਲਕਿ ਹੁਣ ਆਪਾਂ ਪੂਰਤੀ ਬਦਲਾਂਗੇ ਜਿਹੜੇ ਬਾਕੀ ਤੱਤ ਨੇ ਉਹਨਾਂ ਦੇ ਕਰਕੇ। ਯਾਨੀ ਹੁਣ ਆਪਾਂ ਕੀ ਕਰਾਂਗੇ, ਪੂਰਤੀ ਨੂੰ ਤੁਸੀਂ ਜਿਹੜੇ ਮਰਜ਼ੀ ਤੱਤ ਕਰਕੇ ਬਦਲ ਸਕਦੇ ਹੋ। ਭਾਵੇਂ ਤਾਂ ਸਰਕਾਰ ਦੀ ਨੀਤੀ ਕਰਕੇ ਬਦਲ ਲਓ, ਭਾਵੇਂ ਤੁਸੀਂ ਜਿਹੜੀ ਸੰਬੰਧਿਤ ਵਸਤੂਆਂ ਦੀ ਕੀਮਤ ਹੈ ਉਹਦੇ ਕਰਕੇ ਬਦਲ ਲਓ, ਭਾਵੇਂ ਤੁਸੀਂ ਪੂਰਤੀ ਨੂੰ ਜਿਹੜਾ ਹੈ ਉਤਪਾਦਨ ਦੇ ਸਾਧਨਾਂ ਦੀ ਕੀਮਤ, ਤਕਨੀਕ, ਜੋ ਮਰਜ਼ੀ ਲਗਾ ਲਓ। ਸਿਰਫ ਇੱਕ ਚੀਜ਼ ਧਿਆਨ ਰੱਖਣਾ ਵੀ ਹੁਣ ਪੂਰਤੀ ਜਿਹੜੀ ਹੈ ਉਹ ਕੀਮਤ ਕਰਕੇ ਨਹੀਂ ਬਦਲਣੀ ਚਾਹੀਦੀ। ਮਤਲਬ ਹੁਣ ਆਪਾਂ ਕੀ ਕਰ ਰਹੇ ਹਾਂ, ਹੁਣ ਆਪਾਂ ਬਦਲਾਵ ਕਰ ਰਹੇ ਹਾਂ ਦੂਜੇ ਹਿੱਸੇ ਦੇ ਵਿੱਚ। ਤੇ ਜਿਹੜਾ ਪਹਿਲਾ ਹਿੱਸਾ ਹੈ ਜੋ ਕੀਮਤ ਹੈ, ਉਹਨੂੰ ਆਪਾਂ ਕੀ ਕਰਾਂਗੇ, ਉਹਨੂੰ ਆਪਾਂ ਸਥਿਰ ਰੱਖਾਂਗੇ। ਕੀਮਤ 'ਚ ਕਿਸੇ ਤਰ੍ਹਾਂ ਦਾ ਕੋਈ ਬਦਲਾਵ ਜਿਹੜਾ ਹੈ ਉਹ ਨਹੀਂ ਆਣਾ ਚਾਹੀਦਾ। ਮਤਲਬ ਹੁਣ ਪੂਰਤੀ ਬਦਲੇਗੀ ਕਿੰਨੇ ਕਰਕੇ, ਕੀਮਤ ਕਰਕੇ ਨਹੀਂ, ਬਲਕਿ ਬਾਕੀ ਤੱਤਾਂ ਕਰਕੇ। ਹੁਣ ਜਦੋਂ ਆਪਾਂ ਕਹਿੰਦੇ ਆ ਵੀ ਜਿਹੜੀ ਪੂਰਤੀ ਬਦਲ ਰਹੀ ਹੈ, ਕਿੰਨੇ ਕਰਕੇ, ਬਾਕੀ ਤੱਤਾਂ ਕਰਕੇ ਬਦਲ ਰਹੀ ਹੈ। ਬਦਲਣ ਦਾ ਮਤਲਬ ਕੀ ਹੈ ਵੀ ਜਾਂ ਤਾਂ ਪੂਰਤੀ ਬਾਕੀ ਤੱਤਾਂ ਕਰਕੇ ਪਹਿਲਾਂ ਨਾਲੋਂ ਵੱਧ ਗਈ ਹੋਏਗੀ, ਜਾਂ ਪੂਰਤੀ ਬਾਕੀ ਤੱਤਾਂ ਕਰਕੇ ਪਹਿਲਾਂ ਨਾਲੋਂ ਘਟ ਗਈ ਹੋਏਗੀ। ਤਾਂ ਆਪਾਂ ਇਹਨਾਂ ਦੋਨਾਂ ਚੀਜ਼ਾਂ ਦੀ ਗੱਲ ਕਰਦੇ ਹਾਂ। ਤਾਂ ਉੱਥੋਂ ਆਪਣੇ ਦੋ ਕਨਸੈਪਟ ਨਿਕਲਦੇ ਨੇ। ਪਹਿਲਾ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਆ ਪੂਰਤੀ ਵਿੱਚ ਵਾਧਾ।
ਤਾਂ ਪੂਰਤੀ ਵਿੱਚ ਵਾਧਾ। ਹੁਣ ਦੇਖੋ ਨਾਮ ਤੋਂ ਗੱਲ ਕਲੀਅਰ ਕਰੋ, ਪੂਰਤੀ ਵਿੱਚ ਵਾਧਾ ਹੈ, ਯਾਨੀ ਕਹਿੰਦਾ ਪੂਰਤੀ ਹੁਣ ਕੀ ਹੋਏਗਾ, ਵਧੇਗੀ। ਪੂਰਤੀ ਵਧੇਗੀ ਪਰ ਕੀਮਤ ਕਰਕੇ ਨਹੀਂ ਵਧੇਗੀ, ਬਲਕਿ ਬਾਕੀ ਤੱਤਾਂ ਕਰਕੇ ਵਧੇਗੀ। ਹੁਣ ਆਪਾਂ ਕੀ ਕਰਾਂਗੇ, ਜਦੋਂ ਆਪਾਂ ਆਪਣਾ ਟੇਬਲ ਬਣਾਵਾਂਗੇ ਤਾਂ ਇੱਥੇ ਆਪਾਂ ਕੀਮਤ ਲੈ ਲੈਂਦੇ ਆ, ਇੱਥੇ ਆਪਾਂ ਪੂਰਤੀ ਲੈ ਲੈਂਦੇ ਆ। ठीक है, शुरुआत ਦੇ ਵਿੱਚ ਆਪਾਂ ਮੰਨ ਲੈਂਦੇ ਆ ਵੀ ਕੀਮਤ ਜਿਹੜੀ ਹੈ ਉਹ ਕੀ ਹੈ, ਉਹ 3 ਰੁਪਏ ਹੈ। ठीक है, ਤਾਂ ਪੂਰਤੀ ਜਿਹੜੀ ਹੈ ਉਹ ਵੀ 3 ਹੈ। ठीक, ਤਾਂ ਕੀਮਤ 3 ਪੂਰਤੀ 3, ਇਹ ਆਪਣੀ ਸ਼ੁਰੂਆਤੀ ਪੋਜੀਸ਼ਨ ਹੈ। ਹੁਣ ਉਹ ਕਹਿੰਦਾ ਪੂਰਤੀ ਵਿੱਚ ਵਾਧਾ ਹੋਇਆ, ਤਾਂ ਪੂਰਤੀ ਪਹਿਲਾਂ 3 ਹੈ ਨਾ, ਤੁਸੀਂ ਇਹਨੂੰ ਵਧਾਣਾ ਹੈ। ਕਿੰਨਾ ਵਧਾਣਾ ਹੈ ਤੁਹਾਡੀ ਮਰਜ਼ੀ ਹੈ, ਜਿੰਨਾ ਮਰਜ਼ੀ ਵਧਾ ਲਓ, ਭਾਵੇਂ 3 ਤੋਂ ਦੇਖੋ, ਪਰ ਧਿਆਨ ਇਹ ਰੱਖਣਾ ਵੀ 3 ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। मतलब घट तो घट 4 तो होवे ना, मतलब 4 लिख लो, 5 लिख लो, 6 लिख लो, 10 लिख लो, 20 लिख लो, जो मर्जी लिख लो, सब ठीक है। ठीक है, बस ध्यान रखना भी 3 तो ज्यादा होवे। तो मान लो मैं की कीता, मैं इहनू करता 3 तो 5। ठीक है, हुण पूर्ति वध गई, देखो पूर्ति विच वाधा, पूर्ति 3 तो 5 हो गई, पूर्ति वध गई। पर मैं बोल के आया भी जेकर पूर्ति वध रही है ना, ते कीमत करके नहीं वध रही, ठीक, बल्कि बाकी तत्तां करके वध रही है। ਇਹਦਾ ਮਤਲਬ ਜਿਹੜੇ ਬਾਕੀ ਤੱਤ ਨੇ ਉਹ ਮੈਨੂੰ ਕੀ ਕਰਨਾ ਪਏਗਾ, ਜਿਹੜੇ ਨੇ ਉਹ ਬਦਲ ਸਕਦਾ, ਪਰ ਮੈਂ ਕੀਮਤ ਤਾਂ ਨਹੀਂ ਬਦਲ ਸਕਦਾ ਨਾ, ਕਿਉਂਕਿ ਮੈਂ ਤਾਂ ਬੋਲ ਕੇ ਆਇਆ ਵੀ ਜੋ ਪੂਰਤੀ ਵਧੀ ਹੈ ਉਹ ਬਾਕੀ ਤੱਤਾਂ ਕਰਕੇ ਵਧੀ ਹੈ, ਪਰ ਕੀਮਤ ਕਰਕੇ ਨਹੀਂ ਵਧੀ। मतलब ਕੀਮਤ ਨੂੰ ਸਥਿਰ ਲੈਣਾ ਹੈ, ਤਾਂ ਕੀਮਤ ਕਿੰਨੀ ਲਈ ਹੋਈ ਹੈ 3, ਤਾਂ ਮੈਂ ਕੀਮਤ ਨੂੰ ਕੀ ਕਰ ਦੇਣਾ, स्थिर रख देना। तो यानी हुण अपन नूं टेबल तो कहानी क्लियर होगी भी देखो जी कीमत तो उडनी दी उडनी है, पर पूर्ति 3 तो 5 होगी। इहदा मतलब है भी जिहड़ी पूर्ति वधी है ना, वो कीमत तो इलावा बाकी सारे तत्तां करके वधी है। हुण अगर आपां डायग्राम बनाइए तो हुण डायग्राम किवें बनेगी, जिवें आपां पहला डायग्राम बनाई सी सेम उवें ही डायग्राम बनानी है विदाउट एनी चेंज। तो किस तरह बनेगी, इधर आपां y एक्सिस ले लैंदे आ, इधर आपां x एक्सिस ले लैंदे आ, इधर आप लिख लेने पूर्ति, इधर आप लिख लेने कीमत। ठीक है, तो मान लो पूर्ति है तो 1 2 3 4 ते 5, इधर कीमत है अपने को 1 2 ते 3। ठीक होगा, शुरुआत से देखो कीमत 3 है, पूर्ति 3 है, तो इधर कीमत 3 ले ली, तो उनके सामने इधर पूर्ति भी कितनी ले ली, 3 ले ली, तो आप आ गया इस ए पॉइंट ते। ठीक हो गया, हुण ये अपना शुरुआती पॉइंट है। यानी हुण अगे देखिए तो अगे की कहंदा, कहंदा कीमत 3 है, पूर्ति 5 है, मतलब हुण कीमत 3 ही लेनी है, पूर्ति को 5 कर दो, भी कीमत तो सेम ही रहेगी। अब पूर्ति 3 तो अगे जाके किथे चली जाएगी, 5 ते चली जाएगी, हुण आ गई बी पॉइंट ते। ठीक है, यानी पहला आपां ए पॉइंट ते सी, हुण आपां बी पॉइंट ते आ। हुण अगर आपां पूर्ति वक्र बनाईए, हुण आम तौर ते इत्थे ही स्टूडेंट जिहड़े ने गलती कर जांदे ने भी हुण बनानी हुंदी है पूर्ति वक्र, क्योंकि आपां पूर्ति पढ़ रहे हैं, बना दिंदे ने मंग वक्र। हुण दोनों फर्क की है भी जिहड़ी पूर्ति वक्र है वो ऊपर वल जांदी हुंदी है, मंग वक्र जिहड़ा है वो हेठां वल आंदी हुंदी है। मतलब बनानी है पूर्ति वक्र, बना देंगे मंग वक्र, तब देखो काम गलत हो जाएगा, तब पूर्ति वक्र बनानी है। हुण जदों आपां पूर्ति दे विच विस्तार ते पूर्ति विच संकुचन कीता, उहदे आपां इह वेखिआ भी आपां जदों विस्तार हुंदा है आपां हेठां वाले पॉइंट तो ऊपर वाले पॉइंट वल जांदे आ, जदों संकुचन हुंदा है तां आपां ऊपर वाले पॉइंट तो हेठां वाले पॉइंट ते आने आ। मतलब आपां रहिंदे सेम पूर्ति वक्र ते ही आ, मतलब ए तो बी गए, बी तो ए गए, ए हो रहा सी। पर हुण अगर आपां इधर देखिए कि अगर आपां सोचिए भी ए पॉइंट ते बी पॉइंट इक्को पूर्ति वक्र ते आ जाएंगे, पॉसिबल ही नहीं है, क्योंकि पूर्ति वक्र अपवर्ड स्लोपिंग है, ऊपर वल जांदी हुई है, तो वो तो ए ते बी नु इक्को पूर्ति वक्र ते लिया ही नहीं पाएगी। यानी आपां नूं की करना पेगा भी जिहड़ा ए पॉइंट है उनदे वास्ते जिहड़ी पूर्ति वक्र है वो अलग बनानी पेगी, ऊपर वल जांदी हुई। जिहड़ा बी पॉइंट है उनदे वास्ते पूर्ति वक्र जिहड़ी है वो आपां नूं वखरी बनानी पेगी, ऊपर वल जांदी हुई। तो आ बन गई इहदे वास्ते S1 यानी हुण की होएगा जदों पूर्ति दे विच वाधा होएगा, आपां इक्को पूर्ति वक्र ते नहीं रवांगे, बल्कि आपां एक नवी पूर्ति वक्र ते जिहड़ा है वो चले जावांगे, ते जिहड़ी नवी पूर्ति वक्र बनेगी वो पुरानी पूर्ति वक्र दे सज्जे पासे जिहड़ा है वो बनेगी। हुण ध्यान की रखना है, ध्यान ये रखना है कि जदों तुसीं नवी पूर्ति वक्र बनाओ तां जिहड़ी पुरानी पूर्ति वक्र ते नवी पूर्ति वक्र दे विचकार दा जिहड़ा ये फासला है, ठीक है, ये जिहड़ा गैप है, ये गैप जिहड़ा है वो सेम रहना चाहिए।
मतलब ਕੀ ਹੋਏਗਾ ਵੀ ਤੁਸੀਂ ਜਾਓਗੇ ਤਾਂ ਸੱਜੇ ਪਾਸੇ ਦੇਖੋ ਜਿਹੜੀ ਰੈੱਡ ਕਲਰ ਵਾਲੀ ਹੈ ਉਹ ਆਪਣੀ ਨਵੀਂ ਪੂਰਤੀ ਵੱਕਰ ਹੈ, ਬਲੈਕ ਕਲਰ ਵਾਲੀ ਆਪਣੀ ਪੁਰਾਣੀ ਪੂਰਤੀ ਵੱਕਰ ਹੈ। ਜਿਹੜੀ ਨਵੀਂ ਬਣੀ ਉਹ ਪੁਰਾਣੀ ਦੇ ਸੱਜੇ ਪਾਸੇ ਬਣੀ, ਸੱਜੇ ਪਾਸੇ ਤਾਂ ਬਣੀ ਬਟ ਕੀ ਹੋਏਗਾ ਆ ਜਿਹੜਾ ਫਾਸਲਾ ਹੈ ਨਾ ਜਿਹੜੇ ਮੈਂ ਤੀਰ ਲਗਾਏ ਨੇ ਇਹ ਫਾਸਲਾ ਸੇਮ ਰਹਿਣਾ ਚਾਹੀਦਾ ਹੈ। ਮਤਲਬ ਦੋਨੋਂ ਪੂਰਤੀ ਵੱਕਰ ਜਿਹੜੀਆਂ ਨੇ ਉਹ ਕੀ ਹੋਣੀਆਂ ਚਾਹੀਦੀਆਂ ਨੇ, ਪੈਰਲਲ ਯਾਨੀ ਕਿ ਸਮਾਨਾਂਤਰ ਹੋਣੀਆਂ ਚਾਹੀਦੀਆਂ। ਜੇ ਸਮਾਨਾਂਤਰ ਨਾ ਹੋਈ ਤਾਂ ਆਪਣਾ ਡਾਇਗਰਾਮ ਜਿਹੜਾ ਹੈ ਉਹ ਗਲਤ ਹੋ ਜਾਏਗਾ। ਹੁਣ ਇਹ ਸਮਾਨਾਂਤਰ ਕਿਉਂ ਹੋਣੀਆਂ ਚਾਹੀਦੀਆਂ ਆਪਾਂ ਹੁਣੇ ਥੋੜੀ ਦੇਰ ਤੱਕ ਇਸ ਚੀਜ਼ ਦੀ ਗੱਲ ਜਿਹੜੀ ਆ ਉਹ ਕਰਨ ਵਾਲੇ ਆ। ਤਾਂ ਕੀ ਹੋਊਗਾ ਜਦੋਂ ਪੂਰਤੀ ਵਿੱਚ ਵਾਧਾ ਹੋਏਗਾ ਆਪਾਂ ਕੀ ਕਰਾਂਗੇ, ਆਪਾਂ ਇੱਕ ਪੂਰਤੀ ਵੱਕਰ ਨੂੰ ਛੱਡ ਕੇ ਦੂਜੀ ਪੂਰਤੀ ਵੱਕਰ ਤੇ ਚਲੇ ਜਾਵਾਂਗੇ। ਤਾਂ ਹੀ ਆਪਾਂ ਨੂੰ ਯਾਦ ਕਰੋ ਆਪਾਂ ਆਪਣੇ ਪਿਛਲੇ ਲੈਕਚਰ ਦੇ ਵਿੱਚ ਇਹਨੂੰ ਨਾਮ ਦਿੱਤਾ ਸੀ ਪੂਰਤੀ ਵਿੱਚ ਜਦੋਂ ਵਾਧਾ ਹੁੰਦਾ ਹੈ ਉਹਨੂੰ ਆਪਾਂ ਕਹਿੰਦੇ ਆ ਸ਼ਿਫਟ ਇਨ ਸਪਲਾਈ ਕਰਵ। ਮਤਲਬ ਜੋ ਤੁਹਾਡੀ ਸਪਲਾਈ ਕਰਵ ਹੈ ਪੂਰਤੀ ਵੱਕਰ ਹੈ ਉਹ ਕੀ ਹੋ ਜਾਏਗਾ ਆਪਣੀ ਜੋ ਉਹਦੀ ਪ੍ਰੈਜ਼ੈਂਟ ਪੋਜੀਸ਼ਨ ਹੈ ਉੱਥੋਂ ਕੀ ਕਰ ਜਾਏਗੀ, ਸ਼ਿਫਟ ਕਰ ਜਾਏਗੀ। ਮਤਲਬ ਨਵੀਂ ਪੂਰਤੀ ਵੱਕਰ ਤੇ ਆਪਾਂ ਕੀ ਕਰਾਂਗੇ, ਚਲੇ ਜਾਵਾਂਗੇ। ਤਾਂ ਪਹਿਲਾਂ ਐਸਐਸਸੀ, ਹੁਣ ਆਪਾਂ S1 ਤੇ ਚਲੇ ਗਏ। ਹੁਣ ਆਪਾਂ ਕਿਉਂ ਗਏ ਨਵੀਂ ਪੂਰਤੀ ਵੱਕਰ ਤੇ, ਆਪਾਂ ਇੱਕੋ ਪੂਰਤੀ ਵੱਕਰ ਤੇ ਮੂਵਮੈਂਟ ਕਿਉਂ ਨਹੀਂ ਕੀਤੀ, ਇਹਦਾ ਆਨਸਰ ਆਪਾਂ ਥੋੜੀ ਦੇਰ ਤੱਕ ਲੈਣ ਵਾਲੇ ਆ। ਇਥੋਂ ਹੀ ਆਪਾਂ ਕੀ ਕਰਦੇ ਆ ਆਪਣਾ ਦੂਸਰਾ ਕਨਸੈਪਟ ਜਿਹੜਾ ਹੈ ਉਹ ਬਣਾਉਂਦੇ ਆ ਜਿਹਨੂੰ ਆਪਾਂ ਕਹਿੰਦੇ ਹਾਂ ਪੂਰਤੀ ਵਿੱਚ ਕਮੀ। ਯਾਨੀ ਹੁਣ ਪੂਰਤੀ ਜਿਹੜੀ ਹੈ ਉਹਦੇ ਚ ਕਮੀ ਹੋ ਗਈ ਹੈ। ਕਮੀ ਹੋ ਗਈ ਹੈ ਕਿੰਦੇ ਕਰਕੇ, ਹੁਣ ਕੀਮਤ ਕਰਕੇ ਤਾਂ ਕਮੀ ਕਰਾਣੀ ਨਹੀਂ ਕਿਉਂਕਿ ਜੇ ਕੀਮਤ ਕਰਕੇ ਘਟੀ ਹੁੰਦੀ ਉਹਨੂੰ ਤਾਂ ਆਪਾਂ ਪੂਰਤੀ ਵਿੱਚ ਸੰਕੁਚਨ ਕਹਿੰਦੇ। ਮਤਲਬ ਜੋ ਹੁਣ ਆਪਾਂ ਕਮੀ ਕਰਾਣੀ ਹੈ ਉਹ ਕਰਾਣੀ ਹੈ ਹੋਰ ਤੱਤਾਂ ਕਰਕੇ। ਮਤਲਬ ਹੁਣ ਤੁਸੀਂ ਭਾਵੇਂ ਜੋ ਮਰਜ਼ੀ ਬਦਲ ਲਓ ਕਿਉਂਕਿ ਭਾਵੇਂ ਸਰਕਾਰ ਦੀ ਨੀਤੀ ਬਦਲੋ ਤੇ ਭਾਵੇਂ ਫਰਮਾਂ ਦੀ ਗਿਣਤੀ ਬਦਲੋ, ਭਾਵੇਂ ਉਤਪਾਦਨ ਦੇ ਸਾਧਨਾਂ ਦੀ ਕੀਮਤ ਬਦਲੋ, ਜੋ ਮਰਜ਼ੀ ਬਦਲੋ ਪਰ ਧਿਆਨ ਰੱਖਣਾ ਵੀ ਕੀਮਤ ਨਹੀਂ ਬਦਲਣੀ। ਤਾਂ ਆਪਾਂ ਸ਼ੁਰੂਆਤ ਦੇ ਵਿੱਚ ਮੰਨ ਲੈਂਦੇ ਆ ਵੀ ਇੱਕ ਆਪਣੇ ਕੋਲ ਕੀਮਤ ਹੈ ਤੇ ਇੱਕ ਆਪਣੇ ਕੋਲ ਪੂਰਤੀ ਹੈ। ਤਾਂ ਸ਼ੁਰੂਆਤ ਦੇ ਵਿੱਚ ਕੀਮਤ ਹੈਗੀ ਹੈ 3 ਤੇ ਪੂਰਤੀ ਹੈਗੀ ਹੈ 5। ਠੀਕ ਹੈ, ਇਹ ਸ਼ੁਰੂਆਤੀ ਪੋਜੀਸ਼ਨ ਹੈ। ਹੁਣ ਆਪਾਂ ਪੂਰਤੀ ਨੂੰ ਘਟਾਣਾ ਹੈ ਮਤਲਬ 5 ਤੋਂ ਘੱਟ ਕਰਨਾ ਹੈ। ਹੁਣ 5 ਤੋਂ ਘੱਟ ਭਾਵੇਂ ਜਿੰਨਾ ਮਰਜ਼ੀ ਕਰ ਲਿਆ ਜੀ, 4 ਕਰ ਲਓ, 3 ਕਰ ਲਓ, 2 ਕਰ ਲਓ, 1 ਕਰ ਲਓ, ਜੋ ਮਰਜ਼ੀ ਕਰ ਲਓ, ਤੁਹਾਡੀ ਮਰਜ਼ੀ ਹੈ। ਤਾਂ ਮੈਂ ਪੂਰਤੀ ਨੂੰ ਕਰਤਾ 5 ਤੋਂ 3। ਹੁਣ ਪੂਰਤੀ ਨੂੰ ਘਟਾਇਆ ਪਰ ਮੈਂ ਮੈਂਸ਼ਨ ਕਰਤਾ ਵੀ ਜੋ ਪੂਰਤੀ ਘਟੀ ਹੈ ਉਹ ਕੀਮਤ ਕਰਕੇ ਨਹੀਂ ਘਟੀ। ਮਤਲਬ ਕੀਮਤ ਨੂੰ ਤੁਸੀਂ ਕੁਝ ਨਹੀਂ ਕਰਨਾ, ਕੀਮਤ ਨੂੰ ਆਪਾਂ 3 ਦਾ 3 ਹੀ ਰਹਿਣ ਦਿੰਨੇ ਆ। ਠੀਕ ਹੈ, ਹੁਣ ਦੇਖੋ ਕੀਮਤ ਤਾਂ ਸੇਮ ਰਹੀ, ਸੇਮ ਕੀਮਤ ਤੇ ਵੀ ਕੀ ਹੋਇਆ, ਪੂਰਤੀ ਪਹਿਲਾਂ ਨਾਲੋਂ ਘਟ ਗਈ। ਇਹਨੂੰ ਆਪਾਂ ਕਵਾਂਗੇ ਪੂਰਤੀ ਵਿੱਚ ਕਮੀ ਕਿਉਂਕਿ ਹੁਣ ਕਲੀਅਰ ਹੋ ਰਿਹਾ ਹੈ ਵੀ ਜੋ ਪੂਰਤੀ ਘਟ ਰਹੀ ਹੈ ਉਹ ਕੀਮਤ ਕਰਕੇ ਨਹੀਂ ਘਟ ਰਹੀ। ਕਿਉਂਕਿ ਜੇ ਕੀਮਤ ਕਰਕੇ ਘਟੀ ਹੁੰਦੀ ਤਾਂ ਫਿਰ ਪੂਰਤੀ ਦਾ ਨਿਯਮ ਲੱਗਿਆ ਹੁੰਦਾ, ਮਤਲਬ ਆਪਾਂ ਕੀਮਤ ਨੂੰ ਵੀ ਘਟਾਉਂਦੇ। ਪਰ ਮੈਂ ਤਾਂ ਕੀਮਤ ਨੂੰ ਘਟਾਇਆ ਹੀ ਨਹੀਂ, ਮੈਂ ਤਾਂ ਕੀਮਤ ਨੂੰ ਉਹਨੇ ਦਾ ਉਹਨਾਂ ਰੱਖਿਆ ਹੈ। ਤਾਂ ਹੁਣ ਆਪਾਂ ਇਸ ਬੇਸ ਤੇ ਕੀ ਕਰਦੇ ਆ, ਆਪਾਂ ਡਾਇਗਰਾਮ ਜਿਹੜੀ ਹੈ ਉਹ ਬਣਾ ਲੈਂਦੇ ਆ। ਤਾਂ ਹੁਣ ਆਪਾਂ ਜਿਹੜਾ ਆਪਣਾ x ਐਕਸਿਸ ਹੈ ਉੱਥੇ ਆਪਾਂ ਲੈਨੇ ਆ ਪੂਰਤੀ, ਜਿਹੜਾ y ਐਕਸਿਸ ਹੈ ਉੱਥੇ ਆਪਾਂ ਲੈਨੇ ਆ ਕੀਮਤ। ਠੀਕ ਹੈ, ਤਾਂ ਇੱਥੇ ਆਪਾਂ ਹੋ ਗਿਆ 1 2 3 4 ਤੇ 5। ਠੀਕ, ਤਾਂ ਇਧਰ ਆਪਾਂ ਲੈ ਲੈਨੇ ਆ 1 2 3 4 ਤੇ 5। ਠੀਕ ਹੋ ਗਿਆ। ਸ਼ੁਰੂਆਤ ਚ ਦੇਖੋ ਕੀਮਤ 3 ਹੈ ਪੂਰਤੀ 5 ਹੈ, ਤਾਂ ਕੀਮਤ 3 ਦੇ ਸਾਹਮਣੇ ਪੂਰਤੀ ਜਿਹੜੀ ਹੈ ਉਹਨੂੰ 5 ਤੇ ਲੈ ਜਾਓ। ਕੀਮਤ 3 ਹੈ ਪੂਰਤੀ 5 ਹੈ ਤਾਂ ਆਪਾਂ ਆ ਗਏ ਇਸ A ਪੁਆਇੰਟ ਤੇ। ਠੀਕ ਹੋ ਗਿਆ, ਕੀਮਤ 3 ਲਈ ਪੂਰਤੀ 5 ਲੈ ਲਈ। ਹੁਣ ਕਹਿੰਦਾ ਕੀਮਤ 3 ਨਹੀਂ ਹੈ ਪੂਰਤੀ 3 ਹੋ ਗਈ ਤਾਂ ਕੀਮਤ ਆਪਾਂ 3 ਹੀ ਰੱਖਣੀ ਹੈ। ਪੂਰਤੀ ਨੂੰ ਆਪਾਂ ਕੀ ਕੀਤਾ, ਆਪਾਂ 3 ਤੇ ਲੈ ਆਏ, ਯਾਨੀ ਆਪਾਂ ਆ ਗਏ ਇਸ B ਪੁਆਇੰਟ ਤੇ। ਗੱਲ ਫਿਰ ਉੱਥੇ ਆ ਗਈ ਵੀ A ਤੇ B ਜਿਹੜੇ ਨੇ ਉਹ ਸੇਮ ਪੂਰਤੀ ਵੱਕਰ ਤੇ ਨਹੀਂ ਆ ਸਕਦੇ। ਤਾਂ ਹੁਣ ਆਪਾਂ ਨੂੰ ਕੀ ਕਰਨਾ ਪਏਗਾ, A ਪੁਆਇੰਟ ਵਾਸਤੇ ਅਲੱਗ ਪੂਰਤੀ ਵੱਕਰ ਬਣਾਣੀ ਪਏਗੀ, B ਪੁਆਇੰਟ ਵਾਸਤੇ ਅਲੱਗ ਪੂਰਤੀ ਵੱਕਰ ਬਣਾਣੀ ਪਏਗੀ। ਯਾਨੀ A ਪੁਆਇੰਟ ਵਾਸਤੇ ਜਿਹੜੀ ਪੂਰਤੀ ਵੱਕਰ ਹੈ ਲੈਟ ਇਟ ਬੀ ਕਿ ਉਹ ਬਣ ਗਈ ਆਪਣੀਆਂ SS। B ਪੁਆਇੰਟ ਵਾਸਤੇ ਜਿਹੜੀ ਪੂਰਤੀ ਵੱਕਰ ਹੈ ਉਹ ਵੀ ਬਣਾਓ। ਹੁਣ ਉਹ ਬਣ ਗਈ ਮੰਨ ਲਓ ਆਪਣੀ S1। ਠੀਕ ਹੈ, ਆ ਬਣ ਗਈ ਆਪਣੀ S1। ਹੁਣ ਦੇਖੋ ਜਿਹੜੀ ਨਵੀਂ ਪੂਰਤੀ ਵੱਕਰ ਬਣੀ ਉਹ ਪੁਰਾਣੀ ਪੂਰਤੀ ਵੱਕਰ ਦੇ ਖੱਬੇ ਪਾਸੇ ਬਣੀ, ਤਾਂ ਤੀਰ ਕੀ ਹੋ ਜਾਣਗੇ, ਵਾਪਸ ਦੇ ਵੱਲ ਆ ਜਾਣਗੇ। ਤਾਂ ਹੁਣ ਜਦੋਂ ਪੂਰਤੀ ਵਿੱਚ ਕੀ ਹੋਏਗਾ,
ਕਮੀ ਹੋਏਗੀ ਤਾਂ ਨਵੀਂ ਪੂਰਤੀ ਵਕਰ ਪੁਰਾਣੀ ਪੂਰਤੀ ਵਕਰ ਦੇ ਖੱਬੇ ਪਾਸੇ ਬਣੇਗੀ। ਪਰ ਧਿਆਨ ਫਿਰ ਇਹ ਰੱਖਣਾ ਹੈ ਵੀ ਜਿਹੜੀ ਨਵੀਂ ਪੂਰਤੀ ਵਕਰ ਬਣਾਣੀ ਹੈ ਉਹ ਪੁਰਾਣੀ ਪੂਰਤੀ ਵਕਰ ਦੇ ਪੈਰਲਲ ਬਣਾਣੀ ਹੈ, ਸਮਾਨਾਂਤਰ ਬਣਾਣੀ ਹੈ। ਮਤਲਬ ਦੋਨਾਂ ਦਾ ਫਰਕ ਜਿਹੜਾ ਹੈ ਉਹ ਚੇਂਜ ਨਹੀਂ ਹੋਣਾ ਚਾਹੀਦਾ, ਦੋਨੋਂ ਬਿਲਕੁਲ ਇੱਕ ਦੂਜੇ ਦੇ ਪੈਰਲਲ ਜਿਹੜੇ ਨੇ ਉਹ ਜਾਣੇ ਚਾਹੀਦੇ ਹੈ। ਠੀਕ ਹੋ ਗਿਆ। ਤਾਂ ਇਹ ਸੀ ਆਪਣਾ ਪੂਰਤੀ ਵਿੱਚ ਵਿਸਥਾਰ, ਪੂਰਤੀ ਚ ਸੰਕੁਚਨ, ਪੂਰਤੀ ਚ ਵਾਧਾ, ਪੂਰਤੀ ਚ ਕਮੀ। ਹਾਲੇ ਟੌਪਿਕ ਕੰਪਲੀਟ ਨਹੀਂ ਹੋਇਆ, ਆਪਾਂ ਇਹਨੂੰ ਆਪਣੇ ਅਗਲੇ ਲੈਕਚਰ ਦੇ ਵਿੱਚ ਕੰਟੀਨਿਊ ਕਰਨ ਵਾਲੇ ਹਾਂ। ਉਹਦੇ ਚ ਆਪਾਂ ਕਈ ਸਵਾਲਾਂ ਦੇ ਆਨਸਰ ਜਿਹੜੇ ਨੇ ਉਹ ਲਵਾਂਗੇ ਜੋ ਇਹਦੇ ਨਾਲ ਹਾਲੇ ਰਿਲੇਟਡ ਨੇ, ਜੋ ਆਪਣੇ ਪੈਂਡਿੰਗ ਨੇ। ਤਾਂ ਮਿਲਦੇ ਹਾਂ ਆਪਾਂ ਆਪਣੇ ਅਗਲੇ ਲੈਕਚਰ ਦੇ ਵਿੱਚ। ਟਿਲ ਦੈਨ ਇਟਸ ਗੁੱਡ ਬਾਏ ਫਰਮ ਮਾਈ ਸਾਈਡ। ਥੈਂਕ ਯੂ ਵੈਰੀ ਮਚ ਐਂਡ ਆਲ ਦ ਬੈਸਟ।